ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 468 ਤੇ ਹੇਠਲੀ ਪੰਕਤੀ ਹੈ। ਮਹਿਲਾ ਪਹਿਲਾ। ਲਬ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮ ਨੇਵ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਭਾ ਭਰੇ ਮੁਰਦਾਰ। ਗਿਆਨੀ ਨਚੈ ਵਾਜੇ ਵਾਵੇਂ, ਰੂਪ ਕਰਹਿ ਸ਼ਿੰਗਾਰ। ਊਂਚੇ ਕੂਕੈ ਵਾਦਾਂ ਗਾਵੇਂ, ਜੋਧਾਂ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰਹਿ ਪਿਆਰ। ਧਰਮੀ ਧਰਮ ਕਰਹਿ ਗਵਾਵੇਂ, ਮੰਗੈ ਮੋਖ ਦੁਆਰ। ਜਤੀ ਸਦਾਵੇਂ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ, ਘਟ ਨ ਕੋਈ ਆਖੈ। ਪਤ ਪਰਵਾਣਾ ਪਿਛੈ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਜੋ ਰਾਜਿਆਂ, ਮੰਤਰੀਆਂ, ਸਲਾਹਕਾਰਾਂ, ਲੋਕਾਂ ਦੀ ਹਾਲਤ ਸੀ, ਉਹਦਾ ਵਰਣਨ ਕੀਤਾ। ਲਬ ਪਾਪ ਦੋਏ ਰਾਜਾ ਮਹਿਤਾ। ਮਹਿਤਾ ਹੁੰਦਾ ਮੰਤਰੀ, ਲਬ ਮੈਨੇ ਲਾਲਚ। ਲਾਲਚ ਅਤੇ ਪਾਪ ਇਹ ਰਾਜਾ ਅਤੇ ਮੰਤਰੀ ਹਨ। ਭਾਵ ਰਾਜਾ ਲਾਲਚੀ ਹੋ ਗਿਆ ਹੈ, ਮੰਤਰੀ ਪਾਪੀ ਹੋ ਗਏ। ਕੂੜ ਹੋਆ ਸਿਕਦਾਰ। ਸਿਕਦਾਰ ਹੁੰਦਾ ਚੌਧਰੀ, ਤੇ ਝੂਠ ਹੋ ਗਿਆ ਇਹਨਾਂ ਦਾ ਚੌਧਰੀ। ਕਾਮ ਨੇਬ ਸਦ ਪੁੱਛੀਐ। ਨੇਬ ਹੁੰਦਾ ਨਾਇਬ, ਭਾਵ ਸਲਾਹਕਾਰ। ਕਾਮ ਨੂੰ ਇਹ ਸੱਦ ਕੇ ਉਸ ਤੋਂ ਸਲਾਹ ਲੈਂਦੇ ਨੇ ਅਤੇ ਉਹਦੇ ਨਾਲ ਬੈਠ ਕੇ ਵਿਚਾਰ ਕਰਦੇ ਹਨ। ਭਾਵ ਰਾਜੇ ਲਾਲਚੀ ਹੋ ਗਏ ਨੇ, ਮੰਤਰੀ ਪਾਪੀ ਹੋ ਗਏ ਨੇ। ਜਿਹੜੇ ਚੌਧਰੀ ਨੇ ਉਹ ਜਿਹੜੇ ਝੂਠੇ ਨੇ, ਕੂੜ ਹੈ। ਜਿਹੜੇ ਸਲਾਹਕਾਰ ਨੇ ਉਹ ਕਾਮੀ ਨੇ। ਅੰਧੀ ਰਈਅਤ ਗਿਆਨ ਵਿਹੂਣੀ। ਜਿਹੜੀ ਪ੍ਰਜਾ ਹੈ ਇਹ ਅੰਨੀ ਹੈ, ਇਹ ਅਗਿਆਨੀ ਹੈ। ਇਹ ਗਿਆਨ ਤੋਂ ਵਿਹੂਣੀ ਹੈ, ਗਿਆਨ ਤੋਂ ਸਖਣੀ ਹੈ, ਇਹਨੂੰ ਗਿਆਨ ਨਹੀਂ ਹੈ। ਭਾ ਭਰੇ ਮੁਰਦਾਰ। ਭਾ ਹੁੰਦੀ ਹੈ ਤ੍ਰਿਸ਼ਨਾਵਾਂ ਦੀ ਅੱਗ। ਜਿਹੜੀ ਪ੍ਰਜਾ ਹੈ ਇਹ ਤ੍ਰਿਸ਼ਨਾਵਾਂ ਦੀ ਅੱਗ ਨਾਲ ਭਰੀ ਹੋਈ ਹੈ ਅਤੇ ਮੁਰਦਿਆਂ ਦੀ ਨਿਆਈ ਹੈ। ਭਾਵ ਰਾਜਿਆਂ ਦੇ ਜਿਹੜੇ ਪਾਪ ਕਰਦੇ, ਰਾਜੇ ਜ਼ੁਲਮ ਕਰਦੇ ਨੇ, ਅਤਿਆਚਾਰ ਕਰਦੇ ਨੇ, ਇਹ ਪਬਲਿਕ ਅੱਗੇ ਬੋਲਦੀ ਹੀ ਨਹੀਂ ਉਹਨਾਂ ਦੇ। ਇਹ ਮੁਰਦਿਆਂ ਦੀ ਤਰ੍ਹਾਂ ਹੋ ਗਏ। ਉਸ ਵੇਲੇ ਦੀ ਹਾਲਤ ਦੱਸੀ। ਜਦੋਂ ਅੱਗੇ ਕੋਈ ਵਿਰੋਧਤਾ ਹੀ ਨਹੀਂ ਕਰੇਗਾ ਤਾਂ ਫਿਰ ਉਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਹੁੰਦੀ ਰਾਜਿਆਂ ਨੇ। ਜੇ ਵਿਰੋਧਤਾ ਕੀਤੀ ਜਾਵੇ ਗਲਤ ਕੰਮਾਂ ਦੀ, ਫਿਰ ਅਗਲੇ ਨੂੰ ਥੋੜ੍ਹੇ ਡਰ ਹੁੰਦਾ ਵੀ ਕਿਤੇ ਅਗਲੀ ਵਾਰੀ ਸਾਨੂੰ ਹਰਾ ਨਾ ਦੇਣ ਲੋਕ। ਇਸ ਲਈ ਗਲਤ ਕੰਮਾਂ ਦੀ ਹਮੇਸ਼ਾ ਵਿਰੋਧਤਾ ਕਰਦੇ ਰਹੀਦਾ ਹੁੰਦਾ। ਗਿਆਨੀ ਨਚੈ ਵਾਜੇ ਵਾਵੇਂ, ਰੂਪ ਕਰੈ ਸ਼ਿੰਗਾਰ। ਜਿਹੜੇ ਆਪਣੇ ਆਪ ਨੂੰ ਗਿਆਨੀ ਕਹਿੰਦੇ ਨੇ, ਪੜ੍ਹੇ ਲਿਖੇ ਕਹਿੰਦੇ ਨੇ, ਉਹ ਬਾਜ਼ਾਰਾਂ 'ਚ ਨੱਚ ਰਹੇ ਹਨ, ਵਾਜੇ ਵਜਾ ਰਹੇ ਹਨ ਅਤੇ ਕਈ ਪ੍ਰਕਾਰ ਦੇ ਸਵਾਂਗ ਕਰਦੇ ਨੇ, ਕਈ ਪ੍ਰਕਾਰ ਦਾ ਸ਼ਿੰਗਾਰ ਕਰਦੇ ਨੇ। ਉੱਚੇ ਕੂਕੈ
ਉਹ ਉੱਚੀ ਉੱਚੀ ਬੋਲਦੇ ਨੇ। ਵਾਦਾਂ ਗਾਵੇਂ, ਵਾਦਾਂ ਹੁੰਦੀਆਂ ਜਿਸ ਲੜਾਈ ਝਗੜੇ ਦੀਆਂ। ਯੋਧੇ ਨੇ ਜੰਗ ਦੇ ਮੈਦਾਨ 'ਚ ਲੜਦੇ ਨੇ, ਫਿਰ ਉਹ ਲੋਕ ਉਹਨਾਂ ਦੀ ਵਾਰਾਂ ਗਾਉਂਦੇ ਨੇ, ਉਹ ਵਾਦਾਂ। ਉਹ ਉੱਚੀ ਉੱਚੀ ਬੋਲਦੇ ਨੇ, ਯੋਧਿਆਂ ਦੇ ਬਾਰੇ ਵਿਚਾਰ ਕਰਦੇ ਨੇ, ਉਹਨਾਂ ਦੀਆਂ ਵਾਰਾਂ ਗਾਉਂਦੇ ਨੇ। ਮੂਰਖ ਪੰਡਿਤ, ਜਿਹੜੇ ਪੰਡਿਤ ਨੇ ਇਹ ਮੂਰਖ ਹੋ ਗਏ ਨੇ, ਕਿਉਂਕਿ ਪੜ੍ਹਿਆ ਲਿਖਿਆ ਤਬਕਾ ਸੀ। ਪੜ੍ਹੇ ਲਿਖੇ ਤਬਕੇ ਨੇ ਹੀ ਗਿਆਨ ਦੇਣਾ ਹੁੰਦਾ ਹੈ ਲੋਕਾਂ ਨੂੰ। ਅਨਪੜ੍ਹ ਟੋਲਾ ਹੈ, ਜਿਹੜਾ ਪੜ੍ਹਿਆ ਲਿਖਿਆ ਗਿਆਨਵਾਨ ਹੈ ਉਹੀ ਇਹਨਾਂ ਨੂੰ ਗਿਆਨ ਦੇਗਾ ਨਾ। ਪੰਡਿਤ ਮੂਰਖ ਹੋ ਗਏ ਨੇ। ਹਿਕਮਤ ਨਾਲ ਚਲਾਕੀਆਂ ਕਰਨਾ, ਇਹ ਚਲਾਕੀਆਂ ਕਰਦੇ ਨੇ। ਹੁਜਤ ਹੁੰਦਾ ਬਹਾਨੇ, ਹੁਜਤ ਬਹਾਨੇ। ਜੇ ਮਨ ਹਰਾਮੀ ਹੁਜਤਾਂ ਢੇਰ। ਮਨ ਕਰਨਾ ਨਹੀਂ ਚਾਹੁੰਦਾ, ਫਿਰ ਬਹਾਨੇ ਬਣਾਉਂਦਾ। ਇਹ ਨੱਚ ਨਾ ਜਾਣੇ ਆਂਗਣ ਟੇਢਾ। ਕਦੇ ਮੈਂ ਨੱਚ ਤਾਂ ਲੈਂਦੀ, ਪਰ ਵਿਹੜਾ ਟੇਢਾ ਹੈ, ਇਸ ਲਈ ਮੈਂ ਨਹੀਂ ਨੱਚਦੀ। ਬਹਾਨੇ ਹੁਜਤਾਂ ਕਰਦੇ ਨੇ। ਸੰਜੈ ਹੁੰਦਾ ਤਾਨ ਇਕੱਠਾ ਕਰਨਾ। ਕਰੇ ਪਿਆਰ, ਤਾਨ ਇਕੱਠਾ ਕਰਨ ਨੂੰ ਪਿਆਰ ਕਰਦੇ ਨੇ। ਪੰਡਿਤ ਮੂਰਖ ਹੋ ਗਏ ਨੇ, ਇਹ ਚਲਾਕ ਹੋ ਗਏ ਨੇ। ਇਹ ਲੋਕਾਂ ਨੂੰ ਲੁੱਟਣ ਲਈ ਬਹਾਨੇ ਬਣਾਉਂਦੇ ਨੇ ਅਤੇ ਧਨ ਇਕੱਠਾ ਕਰਨ ਨੂੰ ਪਿਆਰ ਕਰਦੇ ਹਨ। ਧਰਮੀ ਧਰਮ ਕਰੈ ਗਾਵਾਵੇਂ, ਜਿਹੜੇ ਆਪਣੇ ਆਪ ਨੂੰ ਧਰਮੀ ਲੋਕ ਗਿਣਦੇ ਨੇ, ਉਹ ਧਾਰਮਿਕ ਕਰਮ ਕਰਦੇ ਨੇ, ਪਰ ਉਹਦੇ ਫਲ ਨੂੰ ਗਵਾ ਲੈਂਦੇ ਨੇ। ਕਿਉਂ? ਫਿਰ ਆਪਣੀ ਐਡਵਰਟਾਈਜ਼ਮੈਂਟ ਕਰਾਉਂਦੇ ਨੇ, ਮੈਂ ਇੰਨਾ ਦਾਨ ਕੀਤਾ, ਮੈਂ ਆਹ ਕੀਤਾ, ਮੈਂ ਉਹ ਕੀਤਾ। ਧਰਮੀਆਂ ਨੇ ਧਾਰਮਿਕ ਕਰਮ ਤੇ ਕੀਤੇ, ਪਰ ਹਉਮੈ ਕਰਕੇ ਉਹ ਫਲ ਜਿਹੜਾ ਉਹਨਾਂ ਨੇ ਗਵਾ ਲਿਆ। ਮੰਗੈ ਮੋਖ ਦੁਆਰ ਅਤੇ ਮੁਕਤੀ ਮੰਗਦੇ ਹਨ। ਵੈਸੇ ਧਾਰਮਿਕ ਕਰਮ ਕੀਤੇ ਨੇ ਜੀ, ਇਹਨਾਂ ਦੇ ਬਦਲੇ ਸਾਨੂੰ ਮੁਕਤੀ ਦਿਓ। ਜਤੀ ਸਦਾਵੇਂ, ਜਿਹੜੇ ਆਪਣੇ ਆਪ ਨੂੰ ਜਤੀ ਕਹਿੰਦੇ ਨੇ, ਉੱਚੇ ਆਚਰਣ ਵਾਲੇ। ਜਿਹੜੇ ਉੱਚੇ ਆਚਰਣ ਵਾਲੇ ਲੋਕ ਨੇ ਉਹਨਾਂ ਨੂੰ ਕਹਿੰਦੇ ਨੇ ਜਤੀ। ਜਤੀ ਸਦਾਵੇਂ, ਜਿਹੜੇ ਆਪਣੇ ਆਪ ਨੂੰ ਜਤੀ ਕਹਿਲਾਉਂਦੇ ਹਨ। ਜੁਗਤ ਨਾ ਜਾਣੇ, ਉਹਨਾਂ ਨੂੰ ਜੀਵਨ ਜੁਗਤੀ ਨਹੀਂ ਆਉਂਦੀ। ਜੀਵਨ ਜਿਉਣਾ ਕਿਵੇਂ, ਇਹ ਉਹਨਾਂ ਨੂੰ ਜਾਚ ਕੋਈ ਨਹੀਂ। ਛੱਡ ਬਹੇ ਘਰ ਬਾਰ, ਉਹ ਘਰ ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਨੇ। ਵੀ ਤੁਸੀਂ ਜਿੱਥੇ ਹੋ ਉੱਥੇ ਹੀ ਆਪਣੇ ਆਚਰਣ ਨੂੰ ਉੱਚਾ ਰੱਖੋ। ਘਰ ਬਾਰ ਛੱਡਣ ਦੀ ਕੀ ਲੋੜ ਹੈ? ਘਰ ਬਾਰ ਛੱਡਣ ਦੀ ਕੀ ਲੋੜ ਹੈ? ਆਪਣੇ ਮਨ 'ਤੇ ਕੰਟਰੋਲ ਰੱਖੋ। ਆਪਣੇ ਮਨ 'ਤੇ ਕੰਟਰੋਲ ਰੱਖੋ। ਘਰ ਬਾਰ ਛੱਡਣ ਦੀ ਲੋੜ ਨਹੀਂ ਹੈ। ਇਸ ਲਈ ਸਿੱਖ ਘਰ ਬਾਰ ਛੱਡ ਕੇ ਜੰਗਲਾਂ ਨੂੰ ਨਹੀਂ ਜਾਂਦੇ। ਹੁੰਦੇ ਜਤੀ ਸਤੀ ਨੇ, ਪਰ ਜੰਗਲਾਂ ਨੂੰ ਜਿਹਦੇ ਘਰ ਬਾਰ ਛੱਡ ਕੇ ਨਹੀਂ ਜਾਂਦੇ। ਆਪਣੇ ਆਪ ਨੂੰ ਜਤੀ ਕਹਿਲਾਉਂਦੇ, ਅਸੀਂ ਉੱਚੇ ਆਚਰਣ ਵਾਲੇ ਹਾਂ, ਪਰ ਜੀਵਨ ਦੀ ਜੁਗਤੀ ਨਹੀਂ ਹੁੰਦੀ। ਛੱਡ ਬਹੇ ਘਰ ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ। ਸਭ ਕੋ ਪੂਰਾ ਆਪੇ ਹੋਵੇ। ਹਰ ਇੱਕ ਕਹਿੰਦਾ ਮੈਂ ਪੂਰਾ ਨਾ ਜੀ, ਘੱਟ ਨਾ ਕੋਈ ਆਖੇ। ਕੋਈ ਨਹੀਂ ਕਹਿੰਦਾ ਮੈਂ ਕਿਸੇ ਤੋਂ ਘੱਟ ਹਾਂ। ਹਰ ਇੱਕ ਕਹਿੰਦਾ ਮੈਂ ਤਾਂ ਪੂਰਨ ਹਾਂ, ਮੈਂ ਹੀ ਸਭ ਤੋਂ ਵਧੀਆ ਹਾਂ, ਮੈਂ ਕਿਸੇ ਤੋਂ ਘੱਟ ਨਹੀਂ ਹਾਂ। ਕੋਈ ਆਪਣੇ ਆਪ ਨੂੰ ਘੱਟ ਗਿਣਨ ਨੂੰ ਤਿਆਰ ਹੀ ਨਹੀਂ ਹੈਗਾ। ਪੱਤ ਪਰਵਾਣਾ ਪਿੱਛੇ ਪਾਈਏ। ਜੇ ਤਕੜੀ ਲੈ ਲਈਏ, ਇੱਕ ਪਾਸੇ ਬਿਠਾ ਲਈ ਬੰਦੇ ਨੂੰ, ਤੇ ਦੂਜੇ ਪਾਸੇ ਫਿਰ ਇਹਦੀ ਇੱਜ਼ਤ ਰੱਖ ਲਈਏ ਵੀ ਕਿੰਨਾ ਕੁ ਪੂਰਾ ਇਹ।
ਫਿਰ ਜੇ ਤੋਲਿਆ ਜਾਊਗਾ ਫਿਰ ਪਤਾ ਲੱਗੂਗਾ ਵੀ ਇਹ ਤਾਂ ਕੁਛ ਵੀ ਨਹੀਂ। ਇਹ ਤਾਂ ਐਵੇਂ ਹਉਮੈ ਕਰਦਾ ਸੀ, ਮੈਂ ਪੂਰਾ ਹਾਂ, ਮੈਂ ਕਿਸੇ ਤੋਂ ਘੱਟ ਨਹੀਂ ਹਾਂ। ਪਰਵਾਣਾ ਹੁੰਦਾ ਵੱਟਾ, ਪੱਤ ਹੁੰਦੀ ਇੱਜ਼ਤ। ਪੱਤ ਪਰਵਾਣਾ ਪਿੱਛੇ ਪਾਈਏ। ਜੇ ਪਿਛਲੇ ਛਾਬੇ ਦੇ ਵਿੱਚ ਇੱਜ਼ਤ ਦਾ ਵੱਟਾ ਰੱਖਿਆ ਜਾਵੇ ਨਾ, ਤਾਂ ਨਾਨਕ ਤੋਲਿਆ ਜਾਪੇ। ਫਿਰ ਤੋਲਣ ਦੇ ਪਤਾ ਲੱਗੂਗਾ ਇਹ ਪੂਰਾ ਕਿ ਅਧੂਰਾ ਹੈ, ਇਹ ਪੂਰਾ ਕਿ ਅਧੂਰਾ। ਭਾਵ ਨਾ ਰਾਜੇ ਚੱਜਦੇ ਰਹੇ ਉਦੋਂ, ਨਾ ਮੰਤਰੀ ਰਹੇ, ਨਾ ਜਿਹੜੇ ਚੌਧਰੀ ਰਹੇ, ਨਾ ਸਲਾਹਕਾਰ ਚੱਜਦੇ ਰਹੇ। ਜਿਹੜੀ ਰਈਅਤ ਸੀ, ਪ੍ਰਜਾ ਸੀ, ਉਹ ਅਨਪੜ੍ਹ ਸੀ, ਗਿਆਨ ਵਿਹੂਣੀ ਸੀ। ਉਹ ਸਿਰ ਤ੍ਰਿਸ਼ਨਾਵਾਂ ਨਾਲ ਭਰੀ ਹੋਈ ਸੀ। ਉਹ ਮੁਰਦਿਆਂ ਦੀ ਨਿਆਈ ਸੀ। ਹੁਣ ਇਹਦੇ ਅੰਦਰ ਕੋਈ ਸੋਚ ਨਹੀਂ ਸੀ ਵੀ ਅਸੀਂ ਜੋ ਜੀਵਨ ਜਿਉ ਰਹੇ ਹਾਂ ਇਸ ਨੂੰ ਕੁਛ ਬਦਲੀਏ, ਇਹਨੂੰ ਬਦਲਣ ਦਾ ਯਤਨ ਕਰੀਏ। ਨਹੀਂ ਬਸ ਸੁਣ ਲਿਆ ਵੀ ਹਾਂ ਜੋ ਭਾਗਾਂ 'ਚ ਉਹੀ ਮਿਲਣਾ। ਇਸ ਤਰ੍ਹਾਂ ਰਾਜਿਆਂ ਨੂੰ ਮੌਜ ਹੁੰਦੀ ਹੈ। ਰਾਜੇ ਧਾਰਮਿਕ ਬੰਦਿਆਂ ਨੂੰ ਇਸ ਲਈ ਕੁਛ ਨਹੀਂ ਕਹਿੰਦੇ, ਕਿ ਧਾਰਮਿਕ ਬੰਦੇ ਪ੍ਰਚਾਰ ਕਰਦੇ ਨੇ, ਭਾਈ ਤੁਹਾਨੂੰ ਉਹੀ ਮਿਲਣਾ ਜੋ ਤੁਸੀਂ ਲਿਖਾ ਕੇ ਲਿਆਏ ਹੋ। ਤੁਸੀਂ ਬਦਕਿਸਮਤੀ ਲਿਖਾ ਕੇ ਤੁਹਾਨੂੰ ਬਦਕਿਸਮਤੀ ਮਿਲੇਗੀ, ਤੁਸੀਂ ਗਰੀਬੀ ਲਿਖਾ ਕੇ ਲਿਆ ਤੁਹਾਨੂੰ ਗਰੀਬੀ ਮਿਲੇਗੀ। ਉਹ ਕਹਿੰਦੇ ਹਾਂ ਇਹ ਠੀਕ ਨੇ, ਲੋਕਾਂ ਨੂੰ ਅਕਲ ਨਹੀਂ ਆਵੇਗੀ। ਉਹ ਕਹਿੰਦੇ ਤਾਂ ਕਿਸਮਤ ਹੈ, ਅਸੀਂ ਇਹੋ ਜਿਹੇ ਕਰਮ ਕੀਤੇ ਸਨ ਤਾਂ ਗਰੀਬੀ ਭੋਗ ਰਹੇ ਹਾਂ, ਅਸੀਂ ਮਾੜੇ ਕਰਮ ਕੀਤੇ ਸਨ ਤਾਂ ਦੁੱਖ ਭੋਗ ਰਹੇ ਹਾਂ। ਵੀ ਇਹਨਾਂ ਦਾ ਧਿਆਨ ਕਿਸਮਤ ਵੱਲ ਰਹੇਗਾ, ਸਾਡੇ ਵੱਲ ਨੂੰ ਨਹੀਂ ਆਵੇਗਾ। ਤਿੰਨ ਬੰਦਿਆਂ ਦੀ ਆਪਸ 'ਚ ਬਣਦੀ ਹੁੰਦੀ ਹੈ, ਪੋਲੀਟੀਕਲ ਬੰਦੇ ਦੀ, ਧਾਰਮਿਕ ਬੰਦੇ ਦੀ ਅਤੇ ਅਮੀਰ ਦੀ। ਜਿਹੜੇ ਪੋਲੀਟੀਕਲ ਬੰਦੇ ਨੇ ਇਹਨਾਂ ਨੂੰ ਮਾਇਆ ਚਾਹੀਦੀ ਹੁੰਦੀ ਹੈ ਇਲੈਕਸ਼ਨ ਲੜਨ ਲਈ, ਉਹ ਅਮੀਰ ਹੀ ਦੇ ਸਕਦੇ ਨੇ। ਉਹ ਕਰੋੜਾਂ ਰੁਪਈਏ ਦਾਨ ਦੇ ਦਿੰਦੇ ਨੇ, ਉਹਦੇ ਬਦਲੇ 'ਚ ਅਰਬਾਂ ਰੁਪਈਏ ਸਰਕਾਰ ਤੋਂ ਕਮਾ ਲੈਂਦੇ ਨੇ। ਧਾਰਮਿਕ ਬੰਦਿਆਂ ਕੋਲੇ ਵੋਟਾਂ ਆਉਂਦੀਆਂ ਨੇ, ਇਸ ਲਈ ਪੋਲੀਟੀਕਲ ਬੰਦੇ ਧਾਰਮਿਕ ਬੰਦਿਆਂ ਨੂੰ ਬਣਾ ਕੇ ਰੱਖਦੇ ਨੇ ਵੀ ਕੱਲ੍ਹ ਨੂੰ ਇਹ ਸਾਨੂੰ ਵੋਟਾਂ ਪਵਾਵੇਗਾ। ਅਮੀਰ ਨੂੰ ਅਤੇ ਧਾਰਮਿਕ ਬੰਦੇ ਨੂੰ ਪੋਲੀਟੀਕਲ ਬੰਦੇ ਦੀ ਲੋੜ ਹੁੰਦੀ ਹੈ, ਇਸ ਲਈ ਤਿੰਨੋਂ ਆਪਸ 'ਚ ਮਿਲੇ ਹੁੰਦੇ ਅੰਦਰ ਖਾਤੇ। ਦੇਖਣ ਨੂੰ ਅੱਡ ਅੱਡ ਨੇ, ਦੇਖਣ ਨੂੰ ਐਂ ਲੱਗੂਗਾ ਧਾਰਮਿਕ ਬੰਦੇ ਦਾ ਰਾਜਨੀਤਿਕ ਨਾਲ ਅਤੇ ਅਮੀਰ ਨਾਲ ਕੀ ਸੰਬੰਧ ਹੈ, ਪਰ ਅੰਦਰ ਉਹ ਤਿੰਨੋਂ ਇਕੱਠੇ ਹੁੰਦੇ ਨੇ। ਆਮ ਲੋਕਾਂ ਨੂੰ ਪਤਾ ਨਹੀਂ। ਆਮ ਲੋਕ ਤਾਂ ਭੇਡਾਂ ਹੁੰਦੇ ਨੇ। ਸਾਡੇ ਇੱਕ ਟੀਚਰ ਹੁੰਦਾ ਸੀ, ਕਹਿੰਦਾ ਜੈਮਲ ਸਿੰਘ ਜੀ ਆਪਾਂ ਹੈਗੇ ਭੇਡਾਂ। ਆ ਜਿਹੜੀ 5 ਸਾਲ ਬਾਅਦ ਬਦਲਦੇ ਨੇ। ਮੈਂ ਹਾਂ, ਜਿਹੜਾ ਵੀ ਆ ਜਿਹੜੀ ਆਉਂਦਾ ਉਹੀ ਭੇਡ ਦੀ ਉੱਨ ਲਾਉਂਦਾ ਹੈ, ਲਾਉਂਦੇ ਨੇ। ਇਸ ਲਈ ਆ ਜਿਹੜੀ ਬਦਲ ਰਹੇ ਨੇ ਭੇਡ ਉਹੀ ਹੈ, ਇਹਨਾਂ ਨੇ ਤਾਂ ਸਾਡੀ ਉੱਨ ਲਾਉਣੀ ਹੈ। ਹਾਂ, ਕੋਈ ਆ ਜਿਹੜੀ ਆ ਜੇ, ਕਿਸੇ ਨੂੰ ਵੋਟ ਪਾ ਲਓ, ਉਹਨੇ ਮਗਰੋਂ 5 ਸਾਲ ਤੁਹਾਨੂੰ ਕੁੱਟਣਾ ਅਤੇ ਲੁੱਟਣਾ। 5 ਸਾਲ ਕੁੱਟਣਾ ਅਤੇ ਲੁੱਟਣਾ। ਇੱਕ ਬੰਦਾ ਇੱਕ ਪੋਲੀਟੀਕਲ ਬੰਦੇ ਨੂੰ ਕਹਿੰਦਾ, ਤੁਸੀਂ ਯਾਰ 5 ਸਾਲ ਕੁੱਟਦੇ ਵੀ ਰਹਿੰਦੇ ਹੋ ਲੋਕਾਂ ਨੂੰ ਪੁਲਿਸ ਰਾਹੀਂ, ਲੁੱਟਦੇ ਵੀ ਰਹਿੰਦੇ ਹੋ, ਤੁਸੀਂ ਫਿਰ ਜਿੱਤ ਜਾਂਦੇ ਹੋ, ਇਹਦਾ ਕੀ ਰਾਜ਼ ਹੈ? ਉਹ ਕਹਿੰਦਾ ਨੂੰ ਹੁਣੇ ਦੱਸ ਦਿੰਦਾ। ਸਾਹਮਣੇ ਇੱਕ ਮੁਰਗਾ ਸੀ, ਕਹਿੰਦਾ ਉਹਨੂੰ ਮੁਰਗੇ ਨੂੰ ਫੜ ਕੇ ਲਿਆ। ਉਹ ਚਲੋ ਮੁਰਗੇ ਨੂੰ ਫੜ ਲਿਆ। ਉਹ ਪੋਲੀਟੀਕਲ ਬੰਦਾ ਉਹਨੂੰ ਕਹਿੰਦਾ ਇਸ ਮੁਰਗੇ ਦੇ ਸਾਰੇ ਖੰਭ ਪੱਟ ਦੇ ਹੱਥ ਨਾਲ। ਹੁਣ ਜਦੋਂ ਖੰਭ ਪੱਟਾਂਗੇ ਤੈਨੂੰ ਦਰਦ ਤਾਂ ਹੋਏਗੀ ਨਾ। ਮੁਰਗਾ ਚੀਂ ਫੀਂ ਕਰੀ ਜਾਂਦਾ, ਉਹਨੇ ਖੰਭ ਸਾਰੇ ਪੱਟਦੇ, ਐਨ ਖੰਭਾਂ ਤੋਂ ਰੋਡਾ ਕਰਤਾ। ਕਹਿੰਦਾ ਹੁਣ ਇਹਨੂੰ ਛੱਡ ਦੇ।
ਉਹਨੇ ਮੁਰਗੇ ਨੂੰ ਛੱਡਤਾ। ਮੁਰਗਾ ਥੋੜ੍ਹੀ ਦੂਰ ਚਲਿਆ ਗਿਆ। ਕਹਿੰਦਾ ਹੁਣ ਤੈਨੂੰ ਮੈਂ ਤਮਾਸ਼ਾ ਵਿਖਾਉਣਾ। ਮੁਰਗੇ ਨੂੰ ਜਿਹੜੀ ਖੁਰਾਕ ਪਸੰਦ ਹੁੰਦੀ ਹੈ ਉਸ ਨੇ ਉਹ ਖੁਰਾਕ ਉਸ ਪੋਲੀਟਿਕ ਬੰਦੇ ਨੇ ਲਿਆ ਕੇ ਉਹ ਮੁਰਗੇ ਦੇ ਅੱਗੇ ਪਾਤੀ। ਮੁਰਗਾ ਫਿਰ ਨੇੜੇ ਆ ਗਿਆ ਅਤੇ ਉਹ ਦਾਣੇ ਚੁਗਣ ਲੱਗ ਗਿਆ। ਕਹਿੰਦੇ ਗੱਲ ਸਮਝ ਗਏ। ਦੇਖੋ ਆਪਾਂ ਕਿੰਨਾ ਇਹਨੂੰ ਤੰਗ ਕੀਤਾ, ਇਹਦੇ ਖੰਭ ਪੁੱਟੇ, ਇਹ ਰੋਇਆ ਪਿਟਿਆ ਹੈ, ਪਰ ਆ ਦਾਣੇ ਖਾਣ ਫਿਰ ਆ ਗਿਆ ਹੈ। ਬਸ ਅਸੀਂ ਵੀ ਕਹਿੰਦੇ 5 ਸਾਲ ਕੁੱਟਦੇ ਹਾਂ ਅਤੇ ਲੁੱਟਦੇ ਹਾਂ, ਅਤੇ ਇਲੈਕਸ਼ਨਾਂ ਵੇਲੇ ਕਿਸੇ ਨੂੰ ਬੋਤਲ ਦੇਤੀ, ਕਿਸੇ ਨੂੰ 500 ਰੁਪਈਆ ਦਿੱਤਾ, ਕਿਸੇ ਨੂੰ ਭੁੱਕੀ ਦੇਤੀ, ਕਿਸੇ ਨੂੰ ਮਾਵਾ ਦਿੱਤਾ, ਕਿਸੇ ਨੂੰ ਕੁਛ ਦਿੱਤਾ, ਅਤੇ ਫਿਰ ਦੁਬਾਰਾ ਵੋਟਾਂ ਲੈ ਕੇ ਜਿੱਤ ਗਏ। ਸਮਾਜ ਦੀ ਇਹ ਹਾਲਤ ਹੈ। ਪੰਡਿਤ ਮੂਰਖ ਹੋ ਗਏ ਨੇ, ਜਿਹੜੇ ਰਾਜੇ ਨੇ ਲਾਲਚੀ ਹੋ ਗਏ ਨੇ, ਜਿਹੜੇ ਵਜ਼ੀਰ ਨੇ ਇਹ ਪਾਪੀ ਹੋ ਗਏ ਨੇ, ਜਿਹੜੇ ਸਲਾਹਕਾਰ ਨੇ, ਜਿਹੜੇ ਸਿਕਦਾਰ ਨੇ ਉਹ ਝੂਠੇ ਹੋ ਗਏ ਨੇ, ਜਿਹੜੇ ਨੇਬ ਸਲਾਹਕਾਰ ਨੇ ਉਹ ਕਾਮੀ ਹੋ ਗਏ ਨੇ। ਪ੍ਰਜਾ ਗਿਆਨ ਤੋਂ ਵਿਹੂਣੀ ਹੋ ਗਈ ਹੈ। ਉਹਨਾਂ ਦੇ ਅੰਦਰ ਤ੍ਰਿਸ਼ਨਾਵਾਂ ਬਹੁਤ ਨੇ। ਐਸੋ ਤ੍ਰਿਸ਼ਨਾਵਾਂ ਨਾਲ, ਤ੍ਰਿਸ਼ਨਾਵਾਂ ਰੂਪੀ ਅੱਗ ਨਾਲੋਂ ਭਰੇ ਹੋਏ ਨੇ। ਉਹ ਮੁਰਦਿਆਂ ਦੀ ਤਰ੍ਹਾਂ ਨੇ, ਉਹਨਾਂ ਦੀ ਕੋਈ ਸੋਚ ਨਹੀਂ ਹੈਗੀ। ਜਿਹੜੇ ਆਪਣੇ ਆਪ ਨੂੰ ਗਿਆਨੀ ਸਮਝਦੇ ਨੇ ਉਹ ਸਵਾਂਗ ਰਚਦੇ ਨੇ। ਉਹ ਜਿਹੜਾ ਹੈ ਸਵਾਂਗੀ ਬਣ ਕੇ ਨੱਚ ਰਹੇ ਨੇ, ਗਾ ਰਹੇ ਨੇ, ਵਾਜੇ ਵਜਾ ਰਹੇ ਹਨ। ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਨੇ ਉਹ ਧਾਰਮਿਕ ਕਰਮ ਤੇ ਕਰਦੇ ਨੇ, ਪਰ ਹਉਮੈ ਕਰਕੇ ਉਹਦਾ ਫਲ ਗਵਾ ਲੈਂਦੇ ਨੇ, ਅਤੇ ਧਾਰਮਿਕ ਕੰਮ ਕਰਕੇ ਫਿਰ ਕਹਿੰਦੇ ਸਾਨੂੰ ਮੁਕਤੀ ਦੇ। ਜਿਹੜੇ ਆਪਣੇ ਆਪ ਨੂੰ ਜਤੀ ਸਦਾਉਂਦੇ ਨੇ ਵੀ ਅਸੀਂ ਬੜੇ ਉੱਚੇ ਆਚਰਣ ਵਾਲੇ ਉਹਨਾਂ ਨੂੰ ਜੀਵਨ ਜੁਗਤੀ ਨਹੀਂ ਆਉਂਦੀ, ਜੀਵਨ ਜਾਚ ਨਹੀਂ ਆਉਂਦੀ ਵੀ ਜੀਵਨ ਕਿਵੇਂ ਜਿਉਣਾ ਹੈ। ਜਤੀ ਰਹਿਣਾ, ਆਪਣੇ ਚਾਲ ਨੂੰ ਉੱਚਾ ਰੱਖਣਾ। ਘਰ ਬਾਰ ਛੱਡਣ ਦੀ ਕੀ ਲੋੜ ਹੈ? ਘਰ ਬਾਰ ਛੱਡਣ ਦੀ ਕੀ ਲੋੜ ਹੈ? ਨਹੀਂ, ਉਹ ਘਰ ਬਾਰ ਛੱਡ ਕੇ ਬਾਹਰ ਚਲੇ ਜਾਂਦੇ। ਉਹਨਾਂ ਨੂੰ ਕਹਿੰਦੇ ਜੀਵਨ ਜੁਗਤੀ ਨਹੀਂ ਆਉਂਦੀ। ਸਭ ਕੋ ਪੂਰਾ ਆਪੇ ਹੋਵੇ। ਹਰ ਇੱਕ ਕਹਿੰਦਾ ਮੈਂ ਪੂਰਾ, ਘੱਟ ਨਾ ਕੋਈ ਆਖੇ। ਕੋਈ ਵੀ ਨਹੀਂ ਕਹਿੰਦਾ ਮੈਂ ਘੱਟ, ਕਿਉਂਕਿ ਅੰਦਰ ਹਉਮੈ ਹੈ। ਪੱਤ ਪਰਵਾਣਾ ਪਿੱਛੇ ਪਾਈਏ। ਪਰਵਾਣਾ ਹੁੰਦਾ ਵੱਟਾ, ਪੱਤ ਹੁੰਦੀ ਇੱਜ਼ਤ। ਇੱਜ਼ਤ ਰੂਪੀ ਵੱਟਾ ਜੇ ਤੱਕੜੀ ਦੇ ਪਿਛਲੇ ਪਾਸੇ ਰੱਖਿਆ ਜਾਵੇ, ਪਿਛਲੇ ਛਾਬੇ 'ਚ, ਅਤੇ ਫਿਰ ਇਸ ਮਨੁੱਖ ਨੂੰ ਤੋਲਿਆ ਜਾਵੇ, ਫਿਰ ਪਤਾ ਲੱਗੂਗਾ ਇਹ ਕਿੰਨੇ ਕੁ ਪਾਣੀਆਂ 'ਚ, ਇਹ ਕਿਹੋ ਜਿਹਾ ਹੈ, ਇਹ ਪੂਰਨ ਹੈ ਕਿ ਅਧੂਰਾ ਹੈ। ਉਸ ਸਮੇਂ ਦੀ ਹਾਲਤ ਦੱਸੀ ਹੋਈ ਹੈ ਵੀ ਇਹ ਹਾਲਤ ਸੀ ਉਸ ਵੇਲੇ ਰਾਜਨੀਤਿਕ ਬੰਦਿਆਂ ਦੀ, ਧਾਰਮਿਕ ਬੰਦਿਆਂ ਦੀ ਅਤੇ ਸਮਾਜਿਕ ਬੰਦਿਆਂ ਦੀ। ਜਿਹੜੇ ਆਪਣੇ ਜੋਗੀ ਕਹਿੰਦੇ ਸਨ, ਜਤੀ ਕਹਿੰਦੇ ਸਨ, ਉਹਨਾਂ ਦੀ ਹਾਲਤ ਦੱਸੇ। ਅੱਗੇ ਕਹਿੰਦੇ ਮਹਿਲਾ ਪਹਿਲਾ, ਵਧੀ ਸੋ ਵੱਜਗ ਨਾਨਕ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ ਵਧੀ। ਜੋ ਪਰਮਾਤਮਾ ਨੇ ਮਰਿਆਦਾ ਬਣਾਈ ਹੈ ਉਹਨੂੰ ਕਹਿੰਦੇ ਵਧੀ। ਵੱਜਗ ਹੁੰਦਾ ਪ੍ਰਗਟ ਹੋਣਾ। ਪਰਮਾਤਮਾ ਨੇ ਕੀ ਮਰਿਆਦਾ ਬਣਾਈ ਹੈ ਕਿ ਹੇ ਇਨਸਾਨ, ਤੈਨੂੰ ਕਰਮ ਕਰਨ ਦੀ ਖੁੱਲ੍ਹ ਹੈ।
ਤੂੰ ਕੋਈ ਵੀ ਕਰਮ ਕਰ ਸਕਦਾ ਹੈ, ਪਰ ਤੂੰ ਉਸਦੇ ਫਲ ਤੋਂ ਨਹੀਂ ਬਚ ਸਕਦਾ। ਕਰਮ ਕਰ ਸਕਦਾ ਜਿਹੜਾ ਮਰਜ਼ੀ ਕਰ, ਚੰਗਾ ਕਰ ਲੈ, ਮੰਦਾ ਕਰ ਲੈ, ਪਰ ਜਿਹੜਾ ਕਰਮ ਤੂੰ ਕਰ ਲੇਗਾ ਫਿਰ ਤੈਨੂੰ ਉਹਦਾ ਫਲ ਭੋਗਣਾ ਪਵੇਗਾ। ਇਹ ਉਹਦਾ ਅਸੂਲ ਹੈ। ਵਧੀ ਜੋ ਪਰਮਾਤਮਾ ਦਾ ਧਰਮ ਦਾ ਅਸੂਲ ਹੈ ਉਹਨੂੰ ਵਧੀ ਕਹਿੰਦੇ ਨੇ। ਵਜਗ ਹੁੰਦਾ ਪ੍ਰਗਟ ਹੋਣਾ। ਪਰ ਪਰਮਾਤਮਾ ਵੇਖਦਾ ਹੈ। ਮਨੁੱਖ ਕਰਮ ਕਰਦਾ ਹੈ, ਪਰਮਾਤਮਾ ਉਸ ਨੂੰ ਕਰਮ ਕਰਦਿਆਂ ਹੋਇਆਂ ਵੇਖਦਾ ਹੈ। ਸੱਚਾ ਪਰਮਾਤਮਾ ਪਰਮਾਤਮਾ ਵੇਖਦਾ ਹੈ। ਸਭ ਨੇ ਛਾਲਾਂ ਮਾਰੀਆਂ, ਸਾਰਿਆਂ ਨੇ ਯਤਨ ਕੀਤਾ, ਛਾਲਾਂ ਮਾਰਨ ਦਾ ਯਤਨ ਕੀਤਾ। ਹੁਣ 1 ਲੱਖ ਬੰਦਾ ਅੱਜ MBBS ਦਾਖਲਾ ਲੈਣ ਲਈ ਬੈਠਾ ਹੈ ਸਾਰੇ ਇੰਡੀਆ 'ਚ। ਸਾਰਿਆਂ ਛਾਲਾਂ ਮਾਰੀਆਂ, ਸਾਰਿਆਂ ਨੇ ਮਿਹਨਤ ਕੀਤੀ, ਸਾਰਿਆਂ ਨੇ ਪੇਪਰ ਦਿੱਤਾ। ਹੁਣ ਸਿਲੈਕਟ ਕੌਣ ਹੋਵੇਗਾ? ਹੁਣ ਸਿਲੈਕਟ ਕੌਣ ਹੋਵੇਗਾ? ਹੁਣ ਸਿਲੈਕਟ ਉਹੀ ਹੋਗਾ ਜਿਸ ਨੂੰ ਪਰਮਾਤਮਾ ਕਰੇਗਾ। ਉਹ ਕਹਿੰਦਾ ਤੁਸੀਂ ਛਾਲਾਂ ਮਾਰੋ, ਛਾਲਾਂ ਮਾਰੋ, ਤੁਸੀਂ ਯਤਨ ਤੁਸੀਂ ਕਰੋ, ਪਰ ਫਲ ਤੇ ਮੈਂ ਦੇਣਾ, ਫਲ ਮੈਂ ਦੇਣਾ। ਫਲ ਸਾਡੇ ਵੱਸ 'ਚ ਨਹੀਂ। ਦੁਆਪਰ ਦੇ ਵਿੱਚ ਜਦੋਂ ਯੁੱਧ ਹੋਣਾ ਸੀ ਕੌਰਵਾਂ ਪਾਂਡਵਾਂ ਦਾ, ਅਰਜਨ ਨੇ ਦੇਖਿਆ ਕਿ ਮੇਰੇ ਸਾਹਮਣੇ ਮੇਰਾ ਗੁਰੂ ਉਹ ਹੈ, ਮੇਰਾ ਟੀਚਰ ਹੈ, ਫਲਾਣਾ ਹੈ, ਫਲਾਣਾ ਹੈ, ਮੇਰਾ ਰਿਸ਼ਤੇਦਾਰ ਹੈ, ਮੈਂ ਇਹਨਾਂ ਨਾਲ ਕਿਵੇਂ ਲੜ ਸਕਦਾ? ਉਹ ਹਥਿਆਰ ਸੁੱਟ ਕੇ ਬਹਿ ਗਏ। ਕ੍ਰਿਸ਼ਨ ਮਹਾਰਾਜ ਨੂੰ ਕਹਿੰਦੇ, ਅਰਜਨ ਤੂੰ ਕਸ਼ਤਰੀ ਹੈ, ਤੂੰ ਕਸ਼ਤਰੀ ਹੈ, ਫੌਜੀ ਹੈ। ਫੌਜੀ ਦਾ ਕੰਮ ਹੈ ਦੁਸ਼ਮਣ ਜੇ ਹਮਲਾ ਕਰੇ ਤਾਂ ਉਹਦਾ ਮੁਕਾਬਲਾ ਕਰਨਾ, ਤੇ ਤੂੰ ਤੇ ਹਥਿਆਰ ਸੁੱਟ ਕੇ ਬਹਿ ਗਏ। ਤੁਹਾਡਾ ਅੱਧਾ ਰਾਜ ਬਣਦਾ ਸੀ। ਜਦੋਂ ਤੁਸੀਂ ਬਨਵਾਸ ਕੱਟ ਕੇ ਆ ਗਏ, ਤੁਹਾਨੂੰ ਅੱਧਾ ਰਾਜ ਮਿਲਣਾ ਚਾਹੀਦਾ ਸੀ, ਪਰ ਇਹਨਾਂ ਕੌਰਵਾਂ ਨੇ ਨਹੀਂ ਦਿੱਤਾ। ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਚਲੋ ਜੇ ਤੁਸੀਂ ਅੱਧਾ ਰਾਜ ਨਹੀਂ ਦਿੰਦਾ, ਇਹ 5 ਭਰਾ ਨੇ, 5 ਪਿੰਡ ਹੀ ਦੇ ਦਿਓ, 5 ਪਿੰਡ ਹੀ ਦੇ ਦਿਓ। ਦੁਰਯੋਧਨ ਕਹਿੰਦਾ ਮੈਂ ਤਾਂ 1 ਪਿੰਡ ਵੀ ਨਹੀਂ ਦੇਣਾ, ਮੈਂ ਤਾਂ ਕਹਿੰਦਾ ਸੂਈ ਦੇ ਨੱਕੇ ਜਿੰਨੀ ਵੀ ਥਾਂ ਨਹੀਂ ਦੇਣੀ। ਕਹਿੰਦੇ ਜਦੋਂ ਇਹ ਤੁਹਾਡਾ ਹੱਕ ਹੀ ਤੁਹਾਨੂੰ ਨਹੀਂ ਦਿੰਦੇ, ਇਹ ਤੁਹਾਡੇ ਕੀ ਲੱਗਦੇ ਨੇ? ਚਾਹੇ ਸਕਾ ਭਰਾ ਹੋਵੇ, ਚਾਹੇ ਸਕਾ ਭਰਾ ਹੋਵੇ, ਜੋ ਮੇਰਾ ਹੱਕ ਹੀ ਨਹੀਂ ਮੇਰਾ ਦਿੰਦਾ ਤੇ ਫਿਰ ਮੇਰਾ ਕਾਹਦਾ ਭਰਾ ਉਹ? ਜੇ ਮੈਂ ਉਹਦਾ ਹੱਕ ਦੱਬ ਲਿਆ ਹੈ ਤੇ ਮੈਂ ਉਹਦਾ ਕਾਹਦਾ ਭਰਾ ਹਾਂ? ਮੈਨੂੰ ਭਰਾ ਸਮਝਣੀ ਮੂਰਖਤਾ ਹੈ। ਕਹੇ ਤੂੰ ਇਹਨਾਂ ਰਿਸ਼ਤੇਦਾਰ ਸਮਝੀ ਬੈਠਾ, ਇਹਦਾ ਤੇਰਾ ਹੱਕ ਹੀ ਨਹੀਂ ਦਿੰਦੇ। ਉੱਠ, ਕਸ਼ਤਰੀ ਦਾ ਕੰਮ ਹੈ ਦੁਸ਼ਮਣ ਦਾ ਮੁਕਾਬਲਾ ਕਰਨਾ, ਬਾਕੀ ਰੇ ਜਿੱਤ ਹਾਰ ਉਹ ਤੇ ਕਹਿੰਦੇ ਮੇਰੇ ਹੱਥ ਹੈ। ਅਰਜਨ, ਜਿੱਤ ਹਾਰ ਤੇਰੇ ਹੱਥ 'ਚ ਨਹੀਂ ਹੈ, ਜਿੱਤ ਹਾਰ ਮੇਰੇ ਹੱਥ 'ਚ ਹੈ। ਹਾਂ, ਲੜਨਾ ਤੇਰੇ ਹੱਥ 'ਚ ਹੈ। ਕੌਣ ਜਿੱਤੇਗਾ, ਮੈਂ ਕਿਸ ਨੂੰ ਜਿਤਾਉਣਾ, ਕਿਸ ਨੂੰ ਹਰਾਉਣਾ, ਉਹ ਮੇਰੇ ਹੱਥ ਹੈ, ਉਹ ਤੇਰੇ ਹੱਥ ਨਹੀਂ ਹੈ। ਤਾਂ ਹੀ ਕਹਿੰਦੇ ਨੇ ਸਭ ਨੇ ਛਾਲਾਂ ਮਾਰੀਆਂ, ਸਾਰਿਆਂ ਨੇ ਯਤਨ ਕੀਤਾ, ਸਾਰਿਆਂ ਨੇ ਯਤਨ ਕੀਤਾ। ਕਰਤਾ ਕਰੇ ਸੋ ਹੋਏ, ਪਰ ਹੁੰਦਾ ਉਹੀ ਹੈ ਜੋ ਭਗਵਾਨ ਕਰਦਾ ਹੈ। ਉਸ ਦੀ ਛਾਲ ਹੀ ਸਭ ਤੋਂ ਅੱਗੇ ਆਉਂਦੀ ਹੈ, ਜਿਹਦੀ ਸਪੋਰਟ ਪਰਮਾਤਮਾ ਕਰਦਾ ਹੈ। ਜਿਹਦੇ ਵੱਲ ਭਗਵਾਨ ਹੁੰਦਾ ਉਹ ਜਿੱਤ ਜਾਂਦਾ, ਉਹ ਜਿੱਤ ਜਾਂਦਾ। ਜਦੋਂ ਉਹਨਾਂ ਕੌਰਵਾਂ ਪਾਂਡਵਾਂ ਦੀ ਲੜਾਈ ਹੋਣੀ ਸੀ, ਧ੍ਰਿਤਰਾਸ਼ਟਰ ਜਿਹੜਾ ਸੀ ਕੌਰਵਾਂ ਦਾ ਬੰਦਾ,
ਦੁਰਯੋਧਨ ਦਾ ਪਿਤਾ ਉਹ ਦੁਰਯੋਧਨ ਨੂੰ ਕਹਿੰਦਾ ਵੀ ਕ੍ਰਿਸ਼ਨ ਮਹਾਰਾਜ ਦੋਨਾਂ ਪਾਸਿਆਂ ਦੇ ਸਾਂਝੇ ਨੇ, ਤੂੰ ਜਾ ਉਹਨਾਂ ਦੀ ਕੋਈ ਸਹਾਇਤਾ ਮੰਗ, ਸਵੇਰੇ ਲੜਾਈ ਹੋਣੀ ਹੈ। ਉਹ ਚਲਿਆ ਗਿਆ। ਪਹਿਲਾਂ ਤਾਂ ਉਹਨੂੰ ਅਕਲ ਨਹੀਂ ਸੀ ਵੀ ਖਲੋਈ ਦਾ ਕਿਹੜੇ ਪਾਸੇ ਹੈ, ਖਲੋਈ ਕਿਹੜੇ ਪਾਸੇ। ਜਦੋਂ ਕਿਸੇ ਤੋਂ ਕੁਝ ਮੰਗਣਾ ਦੇ ਪੈਰਾਂ ਵਾਲੇ ਪਾਸੇ ਖਲੋਈ ਦਾ, ਉਹਦੇ ਕਿਹੜੇ ਪਾਸੇ ਖਲੋਈ ਦਾ? ਪੈਰਾਂ ਵਾਲੇ ਪਾਸੇ। ਉਹ ਸਿਰ ਵਾਲੇ ਪਾਸੇ ਜਾ ਕੇ ਖਲੋਗੇ। ਫਿਰ ਥੋੜ੍ਹੀ ਦੇਰ ਬਾਅਦ ਅਕਲ ਆ ਗਈ, ਕਿਉਂ? ਕ੍ਰਿਸ਼ਨ ਮਹਾਰਾਜ ਕੋਈ ਬੋਲੇ ਹੀ ਨਹੀਂ। ਫਿਰ ਪੈਰਾਂ ਵਾਲੇ ਪਾਸੇ ਖੜਾ ਹੋ ਗਿਆ। ਕ੍ਰਿਸ਼ਨ ਮਹਾਰਾਜ ਕਹਿੰਦੇ, ਆ ਵੀ ਦੁਰਯੋਧਨ, ਕਿਵੇਂ ਆਏ? ਕਹਿੰਦੇ ਜੀ ਸਵੇਰੇ ਸਾਡੀ ਲੜਾਈ ਹੋਣੀ ਪਾਂਡਵਾਂ ਨਾਲ, ਅਤੇ ਤੁਸੀਂ ਸਾਡੀ ਸਹਾਇਤਾ ਕਰੋ, ਮੈਂ ਤੁਹਾਡੀ ਸਹਾਇਤਾ ਮੰਗਣ ਆਇਆ। ਕ੍ਰਿਸ਼ਨ ਮਹਾਰਾਜ ਕਹਿੰਦੇ, ਦੇਖ, ਇੱਕ ਤਾਂ ਮੈਂ ਹਾਂ, ਇੱਕ ਮੇਰੀ ਫੌਜ ਹੈ। ਤੂੰ ਆਇਆ ਪਹਿਲਾਂ, ਪਹਿਲ ਤੇਰੀ ਹੈ, ਬੋਲ ਤੈਨੂੰ ਮੇਰੀ ਫੌਜ ਚਾਹੀਦੀ ਹੈ ਕਿ ਮੈਂ ਚਾਹੀਦਾ? ਉਹ ਅਗਿਆਨੀ ਸੀ। ਉਹਨੇ ਸੋਚਿਆ ਇਹ ਤਾਂ ਇਕੱਲਾ ਹੈ, ਇਸ ਤੋਂ ਮੈਂ ਕੀ ਕਰਾਉਣਾ? ਕਹਿੰਦੇ ਆਪਣੀ ਫੌਜ ਦੇ ਦਿਓ। ਕ੍ਰਿਸ਼ਨ ਮਹਾਰਾਜ ਨੇ ਕਮਾਂਡਰ ਸੱਦਿਆ ਫੌਜਾਂ ਦੇ, ਕਹਿੰਦੇ ਭਈ ਕੱਲ੍ਹ ਨੂੰ ਤੁਸੀਂ ਕੈਰਮ ਵਾਲੇ ਪਾਸੇ ਹੋ ਕੇ ਪਾਂਡਵਾਂ ਦੇ ਵਿਰੁੱਧ ਲੜਨਾ ਹੈ। ਫੈਸਲਾ ਹੋ ਗਿਆ। ਵਾਪਸ ਚਲਿਆ ਗਿਆ। ਧ੍ਰਿਤਰਾਸ਼ਟਰ ਪਿਤਾ ਪੁੱਛਦਾ ਹੈ, ਕੀ ਗੱਲਬਾਤ ਹੋਈ? ਕਹਿੰਦੇ ਵੀ ਕ੍ਰਿਸ਼ਨ ਮਹਾਰਾਜ ਕਹਿੰਦੇ ਵੀ ਦੇਖ, ਮੇਰੇ ਕੋਲ ਨੇ ਦੋ ਚੀਜ਼ਾਂ, ਇੱਕ ਹੈ ਮੈਂ, ਇੱਕ ਹੈ ਮੇਰੀ ਫੌਜ। ਤੂੰ ਆਇਆ ਪਹਿਲਾਂ, ਬੋਲ ਦੋਨਾਂ 'ਚੋਂ ਕਿਹੜੀ ਚੀਜ਼ ਲੈਣੀ ਹੈ? ਅਤੇ ਧ੍ਰਿਤਰਾਸ਼ਟਰ ਕਹਿੰਦਾ ਤੂੰ ਕੀ ਮੰਗਿਆ? ਕਹਿੰਦੇ ਮੈਂ ਕਿਹਾ ਜੀ ਫੌਜ ਦੇ ਦਿਓ। ਕਹਿੰਦਾ ਜਾ ਮੂਰਖਾ, ਤੂੰ ਹਾਰ ਜਾਣਾ। ਕਹਿੰਦੇ ਕਿਉਂ ਹਾਰ ਜਾਣਾ? ਉਹ ਮੂਰਖਾ, ਜਿਹਦੇ ਵੱਲ ਭਗਵਾਨ ਹੋ ਜਾਏਗਾ ਕਦੇ ਉਹ ਵੀ ਹਾਰਿਆ? ਜਿਹਦੇ ਵੱਲ ਭਗਵਾਨ ਹੋ ਜਾਏਗਾ ਕਦੇ ਉਹ ਵੀ ਹਾਰਿਆ? ਹੁਣ ਭਗਵਾਨ ਹੋਊਗਾ ਪਾਂਡਵਾਂ ਵੱਲ ਅਤੇ ਤੇਰੀ ਫੌਜ ਨੇ ਜਾਣਾ ਹਾਰ। ਇਸ ਲਈ ਜੋ ਹੁਣੇ ਵਧੀ, ਜੋ ਪਰਮਾਤਮਾ ਦਾ ਅਸੂਲ ਹੈ, ਉਹਨੇ ਕਿ ਵੱਜੇਗਾ, ਉਹਨੇ ਪ੍ਰਗਟ ਹੋਣਾ ਹੈ। ਸੱਚਾ ਵੇਖੈ ਸੋਏ ਪਰਮਾਤਮਾ, ਸਭ ਨੂੰ ਵੇਖ ਰਿਹਾ ਕਰਮ ਕਰਦਿਆਂ ਨੂੰ। ਸਭਨੀ ਛਾਲਾਂ ਮਾਰੀਆਂ, ਸਾਰਿਆਂ ਨੇ ਯਤਨ ਕੀਤਾ। ਛਾਲਾਂ ਮਾਰ ਤੋਂ ਮਤਲਬ ਤੇ ਯਤਨ ਕਰਨ ਤੋਂ ਹੈ। ਕਰਤਾ ਕਰੇ ਸੋ ਹੋਏ, ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਅੱਗੇ ਪਰਮਾਤਮਾ ਦੇ ਦਰ 'ਤੇ ਜਾ ਕੇ ਜਿਹੜੀ ਜ਼ਾਤ ਹੈ ਨਾ, ਇਹਨੂੰ ਜ਼ਾਤ ਪੜ੍ਹਨਾ ਹੈ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ। ਜ਼ਾਤ ਪਾਤ ਹੁੰਦਾ, ਜਾਤ ਪਾਤ ਨਹੀਂ ਹੁੰਦਾ। ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜ਼ਾਤ ਦਾ ਜ਼ੋਰ ਨਹੀਂ ਚੱਲਦਾ, ਮੈਂ ਜੀ ਬ੍ਰਾਹਮਣ ਹਾਂ, ਮੈਂ ਜੀ ਖੱਤਰੀ ਹਾਂ, ਮੈਂ ਜੀ ਵੈਸ਼ ਹਾਂ, ਇਹ ਨਹੀਂ ਜ਼ੋਰ ਚੱਲਦਾ ਉੱਥੇ। ਅੱਗੇ ਜ਼ਾਤ ਨਹੀਂ ਪੁੱਛੀ ਜਾਂਦੀ, ਅੱਗੇ ਤੇ ਮਨੁੱਖ ਦੇ ਕਰਮ ਦੇਖੇ ਜਾਂਦੇ ਨੇ। ਇਹਨੇ ਕਰਮ ਕੀ ਕੀਤੇ ਨੇ, ਚੰਗੇ ਕਰਕੇ ਆਏ ਕਿ ਮੰਦੇ ਕਰਕੇ ਆਏ। ਅੱਗੇ ਕਰਮਾਂ ਦੀ ਕੀਮਤ ਹੈ, ਜਾਤ ਪਾਤ ਦੀ ਕੋਈ ਕੀਮਤ ਨਹੀਂ ਹੈਗੀ। ਸੰਸਾਰਕ ਪਦਵੀਆਂ ਦੀ ਅੱਗੇ ਕੋਈ ਕੀਮਤ ਨਹੀਂ ਜੀ। ਮੈਂ DC ਰਿਹਾ ਜੀ, ਮੈਂ ਮਿਨਿਸਟਰ ਰਿਹਾ, ਮੈਂ ਪ੍ਰਧਾਨ ਮੰਤਰੀ ਰਿਹਾ ਜੀ, ਮੈਂ ਰਾਸ਼ਟਰਪਤੀ ਰਿਹਾ, ਮੈਂ ਸੁਪਰੀਮ ਕੋਰਟ ਦਾ ਚੀਫ ਜਸਟਿਸ ਰਿਹਾ, ਇਹਦੀ ਕੋਈ ਕੀਮਤ ਨਹੀਂ ਉੱਥੇ। ਉੱਥੇ ਕੀਮਤ ਹੈ ਕਿ ਤੁਸੀਂ ਸ਼ੁਭ ਕਰਮ ਕੀਤੇ, ਕੀ ਤੁਸੀਂ ਨਾਮ ਜਪਿਆ। ਜੇ ਤੇ ਦੋਨੋਂ ਕੰਮ ਕੀਤੇ ਬੜਾ ਆਦਰ ਮਾਣ ਹੁੰਦਾ, ਆਓ ਜੀ ਆਓ ਜੀ। ਫਿਰ ਕਹਿੰਦੇ ਆਓ ਜੀ ਆਓ ਜੀ, ਬੈਠੋ ਜੀ। ਰੇ ਰੇ ਦਰਗਾਹ ਕਹਿ ਨ ਕੋ, ਆਓ ਬੈਠ ਆਦਰ ਸ਼ੁਭ ਦੇਉ।
ਕੋਈ ਦੁਰਕਾਰ ਦਾ ਨਹੀਂ ਦਰਗਾਹ 'ਚ ਗਏ ਹੋਏ ਹਾਂ। ਸੋ ਕਹਿੰਦੇ ਆਓ ਜੀ ਬੈਠੋ, ਆਓ ਜੀ ਧੰਨ ਭਾਗ ਜੀ, ਕੀੜੀ ਦੇ ਘਰ ਨਰਾਇਣ ਆਏ ਨੇ, ਜਿਵੇਂ ਆਪਾਂ ਵਡਿਆਈ ਕਰਦੇ ਹਾਂ। ਉੱਥੇ ਸ਼ੁਭ ਕਰਮਾਂ ਦੇ ਅਤੇ ਨਾਮ ਦੀ ਵਡਿਆਈ ਹੁੰਦੀ ਹੈ। ਉੱਥੇ ਜ਼ਾਤ ਦੀ ਕੋਈ ਕੀਮਤ ਨਹੀਂ ਹੈਗੀ, ਕਿਉਂਕਿ ਉੱਥੇ ਅੱਗੇ ਜੀਵ ਨਵੇਂ ਨੇ, ਉਹਨਾਂ ਨੂੰ ਅਸੀਂ ਜਾਣਦੇ ਨਹੀਂ। ਉੱਥੇ ਸਾਡੀ ਕੋਈ ਸਿਫਾਰਿਸ਼ ਨਹੀਂ ਚੱਲਣੀ। ਇੱਥੇ ਤਾਂ ਜਾਣਦੇ ਹੁੰਦੇ ਨਾ, ਕੋਈ ਨਾ ਕੋਈ ਸਿਫਾਰਿਸ਼ ਲੱਭ ਲੈਂਦੇ। ਉੱਥੇ ਸਾਰੇ ਨਵੇਂ ਨੇ, ਉੱਥੇ ਸਾਡੀ ਕੋਈ ਸਿਫਾਰਿਸ਼ ਨਹੀਂ ਚੱਲਣੀ। ਜਿਨ ਕੈ ਲੇਖੈ ਪਤ ਪਵੈ, ਚੰਗੇ ਸੇਈ ਕੇ। ਹਾਂ, ਜਿਨ੍ਹਾਂ ਦੀ ਇੱਜ਼ਤ, ਪਤ ਇੱਜ਼ਤ, ਪਰਮਾਤਮਾ ਦੇ ਲੇਖੇ 'ਚ ਪੈ ਗਈ, ਪਰਮਾਤਮਾ ਦੀ ਲਿਖਤ 'ਚ ਆ ਗਈ ਵੀ ਇਸ ਨੇ ਸ਼ੁਭ ਕਰਮ ਕੀਤੇ, ਇਸ ਨੇ ਨਾਮ ਜਪਿਆ, ਇਹ ਵਧੀਆ ਕੰਮ ਕਰਕੇ ਆਇਆ ਹੈ, ਇਹ ਇੱਜ਼ਤ ਵਾਲਾ ਬੰਦਾ ਹੈ। ਜਿਨ ਕੀ ਲੇਖ ਹੈ ਪਤ ਪਵੇ, ਜਿਨ੍ਹਾਂ ਦੀ ਇੱਜ਼ਤ ਪਰਮਾਤਮਾ ਦੇ ਲੇਖੇ 'ਚ ਪੈ ਗਈ, ਚੰਗੇ ਸੇਈ ਕੇ। ਅਸਲ 'ਚ ਉਹੀ ਚੰਗੇ ਨੇ ਜਿਨ੍ਹਾਂ ਦੀ ਇੱਜ਼ਤ ਲੇਖੇ 'ਚ ਪੈ ਗਈ, ਉਹੀ ਚੰਗੇ ਨੇ। ਪੌੜੀ। ਤੋਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਇਨ੍ਹਾਂ ਜਨਤਾਂ ਕੈ ਵਸ ਕਿਛ ਨਾਹੀਂ, ਤੁਧ ਵੇਖੀ ਜਗਤ ਉਪਾਇਆ। ਇਕ ਨਾ ਨੂੰ ਤੂੰ ਮੇਲ ਲਹਿ, ਤੂੰ ਆ ਗਿਆ ਨਾ, ਇਸ ਲਈ ਅੱਗੇ ਜਿਹੜੀ ਕਿਰਿਆ ਹੈ ਉਹ ਨਕਰ ਹੀ ਬੋਲੀ ਜਾਏਗੀ, ਲੈ। ਇਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋਂ ਤੁਧ ਖੁਆਇਆ। ਆਪੋਂ ਆਹੇ ਤੇ ਟਿੱਪੀ, ਇੱਕ ਆਪੋਂ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ। ਤੋਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਧੁਰੋਂ ਹੀ ਜਿਨ੍ਹਾਂ ਦੀ ਕਿਸਮਤ ਤੂੰ ਲਿਖ ਦਿੱਤਾ ਨਾ, ਕਰਮ ਕਿਸਮਤ ਧੁਰੋਂ ਹੀ। ਅਸੀਂ ਆਪਣੀ ਕਿਸਮਤ ਧੁਰੋਂ ਲਿਖਾ ਕੇ ਲਿਆਏ, ਅਮੀਰੀ ਗਰੀਬੀ ਚੰਗੀ ਮੰਦੀ ਜੋ ਕੁਛ ਹੈ ਉਹ ਲਿਖਾ ਕੇ ਲਿਆਏ। ਧਰਮ ਦੀ ਸਟੱਡੀ ਕਰਨ ਤੋਂ ਪਹਿਲਾਂ ਮੇਰੇ ਘਰ ਦੇ ਸਾਹਮਣੇ ਇੱਕ ਜੋਤਸ਼ੀ ਰਹਿੰਦਾ ਸੀ। ਮੈਂ ਆਪਣਾ ਸਰਦੀਆਂ ਦਾ ਮੌਸਮ ਸੀ, ਸਿਰ ਸੁਕਾਉਣਾ ਸੀ, ਅਤੇ ਉਹਦੇ ਪਹਿਲਾਂ ਧੁੱਪ ਆਉਂਦੀ ਸੀ। ਉਹਦੇ ਵਿਹੜੇ 'ਚ ਸੂਰਜ ਚੜ੍ਹਦੇ ਸਿਰ ਧੁੱਪ ਆਉਂਦੀ ਸੀ। ਮੈਂ ਸਿਰ ਧੋਤਾ ਹੋਇਆ ਸੀ ਅਤੇ ਮੈਂ ਚਲੇ ਗਿਆ ਵੀ ਚਲੋ ਉੱਥੇ ਬੈਠ ਕੇ ਸੁਕਾਉਣਾ। ਮੈਂ ਪੰਡਿਤ ਜੀ ਨੂੰ ਕਿਹਾ, ਪੰਡਿਤ ਜੀ ਰਾਮ ਰਾਮ ਜੀ। ਕਹਿੰਦੇ ਆਓ ਜੀ ਸਰਦਾਰ ਜੀ। ਉਹਨਾਂ ਮੈਨੂੰ ਕੁਰਸੀ ਦਿੱਤੀ, ਮੈਂ ਬੈਠ ਗਿਆ। ਮੈਂ ਜੀ ਮੈਂ ਸਿਰ ਸੁਕਾਉਣਾ ਹੈ ਇਸ ਲਈ ਆਇਆ। ਕਹਿੰਦੇ ਕੋਈ ਬਾਤ ਨਹੀਂ ਬੈਠੋ। ਮੈਂ ਬੈਠੇ ਬੈਠੇ ਕਿਹਾ, ਮੈਂ ਪੰਡਿਤ ਜੀ ਤੁਹਾਡੇ ਕੋਲ ਬੜੇ ਲੋਕ ਆਉਂਦੇ ਨੇ ਪੁੱਛਣ। ਮੈਨੂੰ ਕਹਿੰਦੇ ਸਰਦਾਰ ਜੀ ਤੁਸੀਂ ਹੀ ਨਹੀਂ ਆਏ, ਬਾਕੀ ਦੇ ਸਾਰੇ ਆਲੇ ਹਨ। ਮੈਂ ਹੱਸਦਿਆਂ ਕਹਿਤਾ ਵੀ ਸਮਝੋ ਮੈਂ ਵੀ ਆ ਗਿਆ। ਮੈਂ ਚਲ ਵਿਹਲਾ ਬੈਠਾ, ਦੇਖਦੇ ਕੀ ਦੱਸਦਾ। ਮੈਂ ਸਮਝੋ ਜੀ ਮੈਂ ਵੀ ਆ ਗਿਆ। ਉਹਨੇ ਆਪਣੀ ਮੰਜੀ ਮੇਰੀ ਕੁਰਸੀ ਦੇ ਨੇੜੇ ਖਿੱਚ ਲਈ। ਉਹ ਪੱਤਰੀ ਨਹੀਂ ਸੀ ਵੇਖਿਆ ਕਰਦਾ, ਉਹ ਹੱਥ ਦੀਆਂ ਰੇਖਾਵਾਂ ਵੇਖਿਆ ਕਰਦਾ ਸੀ। ਮੇਰਾ ਹੱਥ ਉਸਨੇ ਵੇਖਿਆ। ਕਹਿੰਦਾ ਤੁਹਾਡੇ ਭਾਗਾਂ 'ਚ ਵਿੱਦਿਆ ਬਹੁਤ ਲਿਖੀ ਹੈ, ਕਿਤੇ ਵੀ ਫੇਲ ਹੋਣਾ ਨਹੀਂ ਲਿਖਿਆ। ਤੁਸੀਂ ਜਿੰਨਾ ਮਰਜ਼ੀ ਪੜ੍ਹ ਲਵੋ। ਉਦੋਂ ਮੈਂ BA ਫਾਈਨਲ ਦੇ ਵਿੱਚ ਪੜ੍ਹਦਾ ਸੀ ਜਦੋਂ ਇਹ ਗੱਲ 1967 ਦੇ ਵਿੱਚ। ਚਲੋ
ਦੂਜੀ ਗੱਲ ਉਹਨੇ ਕਹੀ, ਕਹਿੰਦੇ ਤੁਮ ਲੱਖੋਂ ਪਤੀ ਹੋਏਗੇ। ਮੈਨੂੰ ਤਾਂ 5 ਰੁਪਏ ਰੋਜ਼ ਤਨਖਾਹ ਮਿਲਦੀ, 150 ਰੁਪਏ ਮਹੀਨਾ, ਭਲੇ ਜ਼ਮਾਨੇ ਸਨ। ਮੈਂ ਆਪਣਾ ਹੱਥ ਉਹਦੇ ਹੱਥ 'ਚੋਂ ਖਿੱਚ ਲਿਆ। ਮੈਂ ਪੰਡਿਤ ਜੀ ਕਿਉਂ ਮਖੌਲ ਕਰਦੇ ਹੋ, 150 ਰੁਪਏ ਮਹੀਨਾ ਮੈਨੂੰ ਤਨਖਾਹ ਮਿਲਦੀ ਹੈ, ਸਾਲ ਦਾ 1800 ਹੀ ਹੋਇਆ। 1800 ਵਾਲਾ ਬੰਦਾ ਕਿਵੇਂ ਲੱਖਪਤੀ ਹੋ ਜਾਏਗਾ। कहते तुम बीच में ना बोलो, तुम्हारी रखाएं कहती हैं। मैं चलो ठीक है। तीजी गल मैनू कहना, कहते 1978 ਦੇ ਵਿੱਚ ਤੁਹਾਨੂੰ ਸਰਕਾਰੀ ਨੌਕਰੀ ਮਿਲੇਗੀ। ਉਦੋਂ ਮੈਂ ਪ੍ਰਾਈਵੇਟ ਸਕੂਲ ਸਰਵਿਸ ਕਰਦਾ ਸੀ। ਮੈਂ ਅੰਦਾਜ਼ਾ ਲਾਇਆ ਵੀ ਉਦੋਂ ਤੇ ਮੈਂ 36 ਸਾਲਾਂ ਦਾ ਹੋ ਜਾਵਾਂਗਾ। तो मैं 36 साल हो जाएगा। मैं क्या जी उदो तो मैं ओवरेज हो जाऊंगा। वो कहता ये नहीं मुझे पता, आपको 1978 आज से 11 वर्ष बाद नौकरी मिलेगी सरकारी। अगली गल उन्हें कही, नौकरी के बाद 6 महीने के अंदर अंदर आपकी शादी हो जाएगी। मैं पंडित जी मैं शादी नहीं करानी, मैं तो अपनी पढ़ाई करके भजन बंदगी करनी है। कहते नहीं, आपकी रखाएं कहती। हिंदी बोलता सी। कहता भी 11 वर्ष पढ़े हैं, 67 से उदों 78 11 साल, अभी 11 वर्ष पढ़े हैं। 11 वर्ष में विचार बदल सकते हैं, हालात बदल सकते हैं। मैं क्या पंडित जी हाँ ये तो गल ठीक है, हालात भी बदल सकते हैं, विचार भी बदल सकते हैं। कहते आपकी शादी सरकारी नौकरी के बाद 6 महीने के अंदर अंदर होएगी। अगली गल उन्हें कही मैनू, कहना ज्यों ज्यों तुसी बुढ़े होवोगे तुहाडा सत्कार समाज वधदा जावेगा। मैं अपना हथ फिर खिंच लिया ਉਹਦੇ हथ चों। मैं पंडित जी क्यों मखौल करदे हो, बुढ़िया नूं तां कोई रोटी दे के राजी नहीं। वाला कहता बुढ़ा कदों मरे मंजा खाली होवे। कहते तुम बीच में बोलते हो। बीच में ना बोलो। आपकी रखाएं कहती हैं कि जैसे जैसे आप बूढ़े होंगे आपका सत्कार समाज में बढ़ता जाएगा। इन्नियां गल्लां उन्हें दसियां ना मैं अगे पुछी ते ना उन्हें अगे मैनू कोई दसी। समा आया, उन्हें कहा तुहाडे भागां च विद्या बहुत है, किते भी फेल होना नहीं लिखिया। मेरी सारी पढ़ाई प्राइवेटली है। मैं सिर्फ 1 साल कॉलेज गया BEd करन, क्योंकि BEd तो प्राइवेट नहीं सी हुंदी। मैं ज्ञानी की, JBT की, BEd की, MEd की, MA इंग्लिश की, MA पोलिटिकल साइंस की, MA हिस्टरी की। किते मेरी री पीर भी नहीं आई, फेल होने का किते रहा। इन्ने चर मेरी शादी हो गई तो मैं सोचा जैमल सिंह बथेरी पढ़ाई कर ली, सरकारी नौकरी भी मिल गई, हुण भजन बंदगी करिए डट के। एक गल उहदी ठीक निकली। दूजा उन्हें कहा भी 1978 च तुहाडी शादी होएगी। सरकारी नौकरी मैनू 2 जनवरी 1978 मिल गई। उन्हें कहा सी 1978 तुहानूं सरकारी नौकरी मिलेगी। 76 दे विच पोस्टां निकलियां, वो च कहता भी 34 साल का अपलाई कर सकता है। तो मैं उदों पौने 34 साल का सी। मैं कह ला जयमल सिंह ये तेरे लिए उम्र वधाई है, तू हुण सिलैक्ट हो जाएगा। मैं अपलाई करता तो सिलैक्ट हो गया। 2 जनवरी 1978 में मैं सरकारी नौकरी जा गया। 7 जून 1978 में मेरी शादी हो गई। देखो पढ़ाई भी गल दी ठीक हो गई।
ਪੜ੍ਹਾਈ ਵਿਦਿਆ ਵੀ ਠੀਕ ਹੋ ਗਈ, ਸ਼ਾਦੀ ਦੀ ਗੱਲ ਵੀ ਠੀਕ ਹੋ ਗਈ, ਨੌਕਰੀ ਦੀ ਗੱਲ ਵੀ ਠੀਕ ਹੋ ਗਈ। ਫਿਰ ਉਹਨੇ ਆਪ ਲੱਖੋਂ ਪਤੀ ਹੋਏਗੇ। ਜਦੋਂ ਸਰਕਾਰੀ ਨੌਕਰੀ ਮਿਲਦੀ ਹੈ GPF ਕੱਟਦੇ ਨੇ, ਬੇਸਿਕ ਪੇ ਦਾ 8.25% ਉਹਦਾ ਵੀ ਇਹਨਾਂ ਕੱਟਦੇ ਹੁੰਦੇ ਸਨ। ਕੁਝ ਸਾਲਾਂ ਬਾਅਦ ਮੈਨੂੰ ਜਿਹੜਾ ਲੈਟਰ ਆਇਆ ਉਹ 'ਚ ਲਿਖਿਆ ਸੀ ਤੁਹਾਡਾ 1,05,000 ਰੁਪਈਆ ਜਮ੍ਹਾਂ ਹੋ ਗਿਆ ਹੈ। ਮੈਂ ਕਿਹਾ ਲੈ ਵੀ ਜੈਮਲ ਸਿੰਘ, ਅੱਜ ਤੂੰ ਲੱਖਪਤੀ ਹੋ ਗਿਆ ਹੈ। ਉਹਦੀ ਗੱਲ ਸੱਚ ਹੋ ਗਈ, ਉਹਦੀ ਗੱਲ ਸੱਚ ਹੋ ਗਈ। ਅਤੇ ਇੱਕ ਉਹਨੇ ਕਿਹਾ ਸੀ ਜਿਉਂ-ਜਿਉਂ ਬੁੱਢੇ ਹੋਵੇਗੇ ਤੁਹਾਡਾ ਸਤਿਕਾਰ ਵੱਧਦਾ ਜਾਏਗਾ। ਦੇਖੋ ਆ ਬੁਢਾਪੇ 'ਚ ਪਰਮਾਤਮਾ ਨੇ ਆਹ ਸੇਵਾ ਲੈਣੀ ਸੀ, ਇਸ ਪਾਸੇ ਲਾਉਣਾ ਸੀ, ਲੋਕਾਂ ਨੇ ਆਦਰ ਮਾਣ ਸਤਿਕਾਰ ਕਰਨਾ ਸੀ। ਫਿਰ ਮੈਂ ਧਰਮ ਪੜ੍ਹਿਆ ਅਤੇ ਧਰਮ 'ਚ ਇਹੀ ਕੁਛ ਲਿਖਿਆ ਸੀ ਕਿ ਤੁਸੀਂ ਆਪਣੀ ਕਿਸਮਤ ਲਿਖਾ ਕੇ ਲਿਆਏ ਹੋ, ਤੁਹਾਨੂੰ ਉਹੀ ਮਿਲਣਾ ਜੋ ਤੁਸੀਂ ਲਿਖਾ ਲਿਆਏ ਹੋ। ਜੋ ਤੁਸੀਂ ਲਿਖਾ ਲਿਆਓ ਉਹੀ ਤੁਹਾਨੂੰ ਮਿਲਣਾ ਹੈ। ਕਿਸਮਤ ਆਪਣੀ ਮਨੁੱਖ ਆਪ ਬਣਾਉਂਦਾ ਹੈ, ਫਿਰ ਆਪ ਹੀ ਭੋਗਦਾ। ਪਿੱਛੇ ਜੋ ਅਸੀਂ ਕਰਮ ਕੀਤੇ ਉਹ ਸਾਡੀ ਹੁਣ ਕਿਸਮਤ ਬਣ ਗਏ। ਹੁਣ ਜਿਹੜੇ ਅਸੀਂ ਕਰਮ ਕਰ ਰਹੇ ਹਾਂ ਇਹ ਸਾਡੀ ਅੱਗੇ ਕਿਸਮਤ ਬਣ ਜਾਵੇਗੀ। ਬਸ ਐਂ ਹੀ ਅਸੀਂ ਕਰੀ ਜਾਵਾਂਗੇ, ਭੋਗੀ ਜਾਵਾਂਗੇ, ਕਰੀ ਜਾਵਾਂਗੇ, ਭੋਗੀ ਜਾਵਾਂਗੇ। ਫਿਰ ਸਿਆਣਪ ਇਹੀ ਹੈ ਕਿ ਕੰਮ ਹੀ ਸ਼ੁਭ ਕੀਤੇ ਜਾਣ। ਜਦੋਂ ਆਪ ਹੀ ਭੋਗਣੇ ਨੇ ਫਿਰ ਕੰਮ ਸ਼ੁਭ ਕੀਤੇ ਜਾਣ, ਨਾਲ ਬਾਣੀ ਪੜ੍ਹੀ ਜਾਵੇ, ਨਾਮ ਜਪਿਆ ਜਾਵੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਤੋਰ ਕਰਮ ਜਿਨ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਤੁਰੋਂ ਹੀ ਜਿਹਦੇ ਭਾਗਾਂ ਤੂੰ ਲਿਖ ਕੇ ਪਾ ਦਿੱਤਾ ਨਾ, ਉਹਨੇ ਹੀ ਪਰਮਾਤਮਾ ਨੂੰ ਧਿਆਇਆ। ਖਸਮ ਮਾਲਕ ਪਰਮਾਤਮਾ, ਉਹਨੇ ਹੀ ਪਰਮਾਤਮਾ ਦਾ ਨਾਮ ਜਪਿਆ ਜਿਹਦੇ ਭਾਗਾਂ ਤੂੰ ਤੁਰੋਂ ਹੀ ਲਿਖ ਕੇ ਪਾ ਦਿੱਤਾ ਸੀ ਕਿ ਤੂੰ ਨਾਮ ਜਪੇਂਗਾ। ਬਸ ਉਹਨੇ ਜਪਿਆ। ਮੇਰਾ ਇਸ ਸੁਣਾਉਣ ਤੋਂ ਮਤਲਬ ਕੋਈ ਇਹ ਨਹੀਂ ਕਿ ਤੁਸੀਂ ਪੰਡਤਾਂ ਦੇ ਮਗਰ ਮਗਰ ਫਿਰੀ ਜਾਓ, ਇਹ ਮੇਰਾ ਭਾਵ ਨਹੀਂ ਹੈ। ਨਾ ਮੈਂ ਮੁੜ ਕੇ ਕਿਸੇ ਪੰਡਤ ਕੋਲ ਗਿਆ, ਨਾ ਮੈਂ ਕਿਸੇ ਨੂੰ ਭੇਜਦਾ। ਮੈਂ ਕਹਿੰਦਾ ਤੁਸੀਂ ਬਾਣੀ ਪੜ੍ਹੋ, ਬਾਣੀ ਤੁਹਾਡੀ ਕਿਸਮਤ ਬਦਲੇਗੀ। ਬਾਣੀ 'ਚ ਇੰਨੀ ਸ਼ਕਤੀ ਹੈ ਕਿ ਤੁਹਾਡੀ ਬੈਡ ਲੱਕ ਨੂੰ ਇਸ ਨੇ ਗੁੱਡ ਲੱਕ 'ਚ ਬਦਲ ਦੇਣਾ ਹੈ। ਭਟਕਣ ਦੀ ਲੋੜ ਨਹੀਂ, ਭਜਨ ਬੰਦਗੀ ਦੀ ਲੋੜ ਹੈ, ਆਪਣੀ ਕਿਸਮਤ ਬਦਲਣੀ ਹੈ। ਅਸੀਂ ਇਹਨਾਂ ਜਨਤਾਂ ਕੈ ਵਸ ਕਿਛ ਨਾਹੀਂ, ਤੁਧ ਵੇਖੀ ਜਗਤ ਉਪਾਇਆ। ਕਹਿੰਦੇ ਇਹਨਾਂ ਜਨਤਾਂ ਦੇ ਵਸ 'ਚ ਕੁਛ ਨਹੀਂ, ਇਹਨਾਂ ਜੀਵਾਂ ਦੇ ਵਸ 'ਚ ਕੁਛ ਨਹੀਂ। ਵੇਖੀ ਹੁੰਦਾ ਕਈ ਕਿਸਮਾਂ ਦੇ, ਤੂੰ ਆਪ ਹੀ ਕਈ ਕਿਸਮਾਂ ਦਾ ਸੰਸਾਰ ਪੈਦਾ ਕੀਤਾ। ਭਾਵ ਸੰਸਾਰ 'ਚ ਕਈ ਪ੍ਰਕਾਰ ਦੇ ਤੂੰ ਜੀਵ ਪੈਦਾ ਕੀਤੇ ਹਨ। ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋਂ ਤੁਧ ਖੁਆਇਆ। ਕਈਆਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਕਈਆਂ ਨੂੰ ਆਪ ਹੀ ਤੂੰ ਆਪਣੇ ਤੋਂ ਦੂਰ ਕਰ ਦਿੰਦਾ ਹੈ। ਖੁਆਇਆ ਹੁੰਦਾ ਦੂਰ ਕਰ ਦੇਣਾ। ਕਈਆਂ ਨੂੰ ਤੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਕਈਆਂ ਨੂੰ ਆਪ ਹੀ ਖੁਆਰ ਕਰਦਾ ਹੈ, ਦੂਰ ਕਰ ਦਿੱਤਾ। ਗੁਰ ਕਿਰਪਾ ਤੇ ਜਾਣਿਆ ਜਾਂ ਸੁਖ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਜਿੱਥੇ ਤੂੰ ਆਪ ਸੋਝੀ ਬਖਸ਼ੀ ਨਾ, ਗੁਰੂ ਦੀ ਕਿਰਪਾ ਨਾਲ ਉਹਨੂੰ ਹੀ ਪਤਾ ਲੱਗਾ। ਸੋਝੀ ਤੂੰ ਬਖਸ਼ੀ, ਕਿਰਪਾ ਗੁਰੂ ਦੀ ਹੋਈ। ਜਿਨ੍ਹਾਂ 'ਤੇ ਤੂੰ ਕਿਰਪਾ ਕੀਤੀ, ਜਿਨ੍ਹਾਂ ਤੂੰ ਸੋਝੀ ਦਿੱਤੀ, ਉਹਨਾਂ 'ਤੇ ਫਿਰ ਕਿਰਪਾ ਹੋ ਗਈ। ਸਹਿਜੇ ਹੀ ਸੱਚ ਸਮਾਇਆ। ਇਹੋ ਜਿਹਾ ਬੰਦਾ ਫਿਰ ਸਹਿਜ ਸੁਭਾਅ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹੋ ਜਿਹਾ ਬੰਦਾ ਸਹਿਜ ਸੁਭਾਅ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ, ਕਿਉਂਕਿ
ਪਰਮਾਤਮਾ ਜੋ ਕਰ ਰਿਹਾ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ ਕਿ ਆਖਰ ਨੂੰ ਕਰਨ ਕਰਾਉਣ ਵਾਲਾ ਪਰਮਾਤਮਾ ਹੈ। ਸਾਡਾ ਕੰਮ ਛਾਲਾਂ ਮਾਰਨਾ ਹੈ, ਜਿਤਾਉਣਾ ਪਰਮਾਤਮਾ ਦਾ ਕੰਮ ਹੈ। ਫਲ ਪਰਮਾਤਮਾ ਦਿੰਦਾ ਹੈ, ਅਸੀਂ ਕਰਮ ਕਰਦੇ ਹਾਂ, ਫਲ ਪਰਮਾਤਮਾ ਦਿੰਦਾ। ਕਿਸੇ ਨੂੰ ਵੱਧ ਦਿੱਤਾ, ਕਿਸੇ ਨੂੰ ਘੱਟ ਦਿੱਤਾ, ਇਹ ਉਹਦੀ ਮੌਜ ਹੈ। ਅੱਗੇ ਕਹਿੰਦੇ ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਾਲ ਕਲਾ, ਇਹਨੂੰ ਅਕਲ ਨਹੀਂ ਪੜ੍ਹਨਾ। ਜਿਹੜੀ ਅਕਲ ਹੁੰਦੀ ਹੈ ਨਾ, ਪੜ੍ਹਨ ਦੀ ਬੰਦੇ ਅਕਲ ਮਾਰੀ ਗਈ ਹੈ, ਉਹ ਲੱਲੇ ਨੂੰ ਸਿਹਾਰੀ ਹੁੰਦੀ ਹੈ। ਕਾਲ ਹੁੰਦਾ ਟੁਕੜਾ, ਪੁਰਜ ਕਹਿੰਦੇ ਕਲ ਪੁਰਜੇ, ਇਹ ਕਾਰਖਾਨੇ ਕਲ ਪੁਰਜੇ ਬਣਦੇ ਨੇ। ਅਕਾਲ ਸੰਪੂਰਨ, ਅਕਾਲ ਕਲਾ ਭਰਪੂਰ ਰਿਹਾ। ਤੂੰ ਸੰਪੂਰਨ ਸ਼ਕਤੀ ਦਾ ਮਾਲਕ ਹੈ ਅਤੇ ਸਭ ਥਾਂ ਤੇ ਵਸਦਾ ਹੈ। ਕਹੋ ਨਾਨਕ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਗੁਰੂ ਨਾਨਕ ਦੇਵ ਜੀ ਕਹਿੰਦੇ ਬਲੇ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਦੁੱਖ ਦਵਾਈ ਹੋ ਗਿਆ ਹੈ। ਦੁੱਖ ਹੈ, ਮਨੁੱਖ ਨੇ ਪਾਠ ਕੀਤਾ, ਨਾਮ ਜਪਿਆ, ਦੁੱਖ ਦਾਰੂ ਹੋ ਗਿਆ ਨਾ। ਸੁਖ ਰੋਗ ਪਿਆ, ਜਦੋਂ ਸੁਖੀ ਹੁੰਦਾ ਫਿਰ ਨਾਮ ਨਹੀਂ ਜਪਦਾ, ਫਿਰ ਬਾਣੀ ਨਹੀਂ ਪੜ੍ਹਦਾ, ਸਮਝੇ ਤੇ ਰੋਗੀ ਹੈ। ਦੁੱਖ ਕਈ ਵਾਰੀ ਦਵਾਈ ਬਣ ਜਾਂਦਾ ਹੈ। ਦੁੱਖ ਮਨੁੱਖ ਨੂੰ ਰੱਬ ਵਾਲੇ ਪਾਸੇ ਲਾਉਂਦਾ ਹੈ। ਸੁੱਖ ਜਿਹੜਾ ਹੈ ਰੱਬ ਨੂੰ ਕਈ ਵਾਰੀ ਭੁਲਾ ਦਿੰਦਾ ਹੈ। ਜਾਂ ਸੁੱਖ, ਜਦੋਂ ਸਦੀਵੀ ਸੁੱਖ ਮਿਲ ਜਾਂਦੇ ਨਾ ਨਾਮ ਜਪ ਜਪ ਕੇ, ਤਾਮ ਨਾ ਹੋਈ। ਤਾਮ ਮੈਨੇ ਤਦੋਂ, ਉਦੋਂ। ਫਿਰ ਉਦੋਂ ਕੀ ਹੁੰਦਾ ਹੈ? ਉਦੋਂ ਫਿਰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਸਦੀਵੀ ਸੁੱਖ ਮਿਲ ਗਿਆ ਹੈ। ਸਦੀਵੀ ਸੁੱਖ ਮਿਲ ਗਿਆ ਹੈ, ਹੁਣ ਕੋਈ ਤਮਾ ਨਹੀਂ ਰਹੀ। ਤੂੰ ਕਰਤਾ ਕਰਨਾ ਮੈਂ ਨਹੀਂ, ਜਾਂ ਹੂੰ ਕਰੀ ਨਾ ਹੋਈ। ਹੇ ਪਰਮਾਤਮਾ, ਤੂੰ ਤੇ ਕਰਤਾ ਪੁਰਖ ਹੈ, ਕਰਨਾ ਤੂੰ ਹੀ ਕਰਨ ਵਾਲਾ ਹੈ। ਮੈਂ ਨਹੀਂ, ਮੈਂ ਤੇ ਕੁਝ ਨਹੀਂ ਕਰ ਸਕਦਾ। ਜਾਂ ਹੂੰ ਕਰੀ, ਜਦੋਂ ਮੈਂ ਕੁਝ ਕਰਦਾ ਹਾਂ ਨਾ ਹੋਈ, ਹੁੰਦਾ ਨਹੀਂ ਹੈ। ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਹੁੰਦਾ ਨਹੀਂ ਹੈ। ਹੁੰਦਾ ਉਹੀ ਹੈ ਜੋ ਤੂੰ ਕਰਦਾ ਹੈ, ਜੋ ਤੂੰ ਕਰਦਾ। ਬਲਿਹਾਰੀ ਕੁਦਰਤ ਵਸਿਆ, ਤੂੰ ਕੁਦਰਤ ਦੇ ਵਿੱਚ ਵਸਦਾ ਹੈ। ਹੇ ਪਰਮਾਤਮਾ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਬਲਿਹਾਰੀ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਕੁਦਰਤ ਵਸਿਆ, ਤੂੰ ਕੁਦਰਤ ਦੇ ਵਿੱਚ ਵਸਦਾ ਹੈ। ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਜਾਣਿਆ ਨਹੀਂ ਜਾ ਸਕਦਾ। ਲਖਣਾ ਹੁੰਦਾ ਜਾਣਨਾ, ਤੇਰਾ ਅੰਤ ਜਾਣਿਆ ਨਹੀਂ ਜਾ ਸਕਦਾ। ਇਸ ਲਈ ਪਰਮਾਤਮਾ ਕੀ ਕਹਿੰਦੇ ਨੇ? ਬੇਅੰਤ। ਉਹਦਾ ਅੰਤ ਹੀ ਕੋਈ ਨਹੀਂ, ਉਹਦੇ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਦਾ, ਉਹ ਬੇਅੰਤ ਹੈ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਾਲ ਕਲਾ ਭਰਪੂਰ ਹੈ।
ਇਹ ਜੀਵਾਂ ਦੇ ਵਿੱਚ ਜਾਤ ਭਵ ਜੀਵ, ਜੀਵਾਂ ਦੇ 'ਚ ਪਰਮਾਤਮਾ ਦੀ ਜੋਤ ਹੈ। ਜੋਤ ਮਹਿ ਜਤ, ਇਸ ਜੋਤ ਰਾਹੀਂ ਹੀ ਜੀਵਾਂ ਨੂੰ ਤੈਨੂੰ ਜਾਣਿਆ ਜਾ ਸਕਦਾ ਹੈ। ਸਾਰੇ ਜੀਵਾਂ 'ਚ ਤੇਰੀ ਜੋਤ ਹੈ ਤੇ ਤੇਰੀ ਜੋਤ ਰਾਹੀਂ ਹੀ ਤੈਨੂੰ ਜਾਣਿਆ ਜਾ ਸਕਦਾ ਹੈ। ਅਕਾਲ ਕਲਾ ਭਰਪੂਰ ਹੈ, ਤੂੰ ਸੰਪੂਰਨ ਸ਼ਕਤੀ ਵਾਲਾ ਹੈ ਅਤੇ ਤੂੰ ਸਾਰਿਆਂ ਦੇ ਵਿੱਚ ਵਸਦਾ ਹੈ। ਭਰਪੂਰਨ ਜਿਹੜਾ ਸਭ ਦੇ ਵਿੱਚ ਵਸਦਾ ਹੋਵੇ, ਤੂੰ ਸਭ ਦੇ ਵਿੱਚ ਵਸਦਾ ਹੈ। ਤੂੰ ਸੰਪੂਰਨ ਸ਼ਕਤੀ ਦਾ ਮਾਲਕ ਹੈ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਤੂੰ ਸਦਾ ਰਹਿਣ ਵਾਲਾ ਸਾਹਿਬ ਹੈ। ਸਿਫਤ ਸਵਾਲਿਓ, ਸਵਾਲਿਓ ਹੁੰਦਾ ਸੁੰਦਰ। ਤੇਰੀ ਸਿਫਤ, ਤੇਰੀ ਵਡਿਆਈ ਬੜੀ ਸੁੰਦਰ ਹੈ। ਜਿਨ ਕੀਤੀ, ਜਿਸ ਨੇ ਵੀ ਤੇਰੀ ਵਡਿਆਈ ਕੀਤੀ ਸੋ ਪਾਰ ਪਿਆ, ਉਹਦਾ ਪਾਰ ਉਤਾਰਾ ਹੋ ਗਿਆ। ਉਹ ਇਸ ਭਵ ਸਾਗਰ ਤੋਂ ਪਾਰ ਉਤਰ ਗਿਆ, ਉਹ ਜਮਨ ਮਰਨ ਤੋਂ ਰਹਿਤ ਹੋ ਗਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਪਰਮਾਤਮਾ ਦੀਆਂ ਬਾਤਾਂ ਪਰਮਾਤਮਾ ਹੀ ਜਾਣਦਾ ਹੈ, ਅਸੀਂ ਨਹੀਂ ਜਾਣ ਸਕਦੇ, ਕਿਉਂਕਿ ਜੋ ਨੇ ਕਰਨਾ ਉਹ ਕਰ ਰਿਹਾ ਹੈ। ਜੋ ਨੇ ਕਰਨਾ ਉਹ ਕਰ ਰਿਹਾ ਹੈ, ਉਹਨੇ ਸਾਡੇ ਆਖੇ ਨਹੀਂ ਕਰਨਾ। ਅਸੀਂ ਵੱਧ ਤੋਂ ਵੱਧ ਉਸ ਨੂੰ ਬੇਨਤੀ ਕਰ ਸਕਦੇ ਹਾਂ, ਉਹਨੇ ਮੰਨ ਲਈ ਮੰਨ ਲਈ, ਨਹੀਂ ਤੇ ਨਾ ਸੀ, ਉਹਦੀ ਮਰਜ਼ੀ ਹੈ। ਮਹਿਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ। ਜੋਗੀਆਂ ਦਾ ਧਰਮ ਕੀ ਹੈ? ਗਿਆਨ। ਇਹ ਚੱਲਦਾ ਰਹਿਣ ਦੇਣਾ, ਗਰਮੀ ਬਹੁਤ ਹੈ ਅੱਜ। ਜੋਗੀਆਂ ਦਾ ਸ਼ਬਦ ਹੁੰਦਾ ਧਰਮ। ਜੋਗੀਆਂ ਦਾ ਸ਼ਬਦ ਧਰਮ ਹੈ ਗਿਆਨ। ਗਿਆਨ ਉਹਨਾਂ ਦਾ ਧਰਮ ਹੈ ਜੋਗੀ। ਵੇਦ ਸ਼ਬਦ ਬ੍ਰਾਹਮਣ, ਤੇ ਬ੍ਰਾਹਮਣਾਂ ਦਾ ਜਿਹੜਾ ਸ਼ਬਦ ਹੈ ਉਹ ਹੈ ਵੇਦ। ਬ੍ਰਾਹਮਣਾਂ ਦਾ ਧਰਮ ਹੈ ਵੇਦ ਪੜ੍ਹਨਾ, ਵੇਦ ਪੜ੍ਹਾਉਣਾ। ਜੋਗੀਆਂ ਦਾ ਧਰਮ ਹੈ ਗਿਆਨ। ਬ੍ਰਾਹਮਣਾਂ ਦਾ ਧਰਮ ਹੈ ਵੇਦ ਪੜ੍ਹਨਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀਆਂ ਦਾ ਜਿਹੜਾ ਧਰਮ ਹੈ ਉਹ ਹੈ ਬਹਾਦਰੀ, ਸੂਰਬੀਰਤਾ, ਕਿਉਂਕਿ ਇੱਕ ਛਤਰੀ ਨੇ, ਉਹ ਫੌਜੀ ਨੇ, ਉਹਨਾਂ ਨੇ ਲੜਾਈ ਦੇ ਮੈਦਾਨ 'ਚ ਲੜਨਾ ਹੈ, ਇਸ ਲਈ ਉਹਨਾਂ ਦਾ ਧਰਮ ਕੀ ਹੈ? ਬਹਾਦਰੀ। ਸੂਦਰ ਸ਼ਬਦੰ ਪ੍ਰਾਕ੍ਰਿਤ, ਪ੍ਰਾਕ੍ਰਿਤ ਦੂਜਿਆਂ ਦੀ ਸੇਵਾ ਕਰਨਾ, ਤੇ ਸ਼ੂਦਰਾਂ ਦਾ ਧਰਮ ਹੈ ਦੂਸਰਿਆਂ ਦੀ ਸੇਵਾ ਕਰਨਾ। ਇਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਸਮਾਜ ਨੂੰ ਵੰਡਿਆ ਹੋਇਆ ਸੀ ਪੰਡਤਾਂ ਨੇ। ਪਰ ਗੁਰੂ ਮਹਾਰਾਜ ਕਹਿੰਦੇ ਸਰਬ ਸ਼ਬਦੰ ਏਕ ਸ਼ਬਦੰ, ਪਰ ਸਾਰਿਆਂ ਦਾ ਧਰਮ ਅਸਲ ਵਿੱਚ ਇੱਕ ਹੀ ਹੈ। ਸਾਰਿਆਂ ਦਾ ਧਰਮ ਇੱਕ ਧਰਮ ਹੀ। ਜੇ ਕੋ ਜਾਣੇ ਭਿਓ, ਜਿਹੜਾ ਇਸ ਗੱਲ ਦਾ ਭੇਦ ਜਾਣ ਲਵੇ ਉਹਨੂੰ ਫਿਰ ਗੱਲ ਸਮਝ ਆ ਜਾਏਗੀ। ਅਤੇ ਜਿਹੜਾ ਇਸ ਗੱਲ ਦਾ ਭੇਦ ਜਾਣ ਲਵੇ ਨਾ ਕਿ ਸਾਰਿਆਂ ਦਾ ਧਰਮ ਇੱਕੋ ਹੀ ਹੈ, ਇੱਕੋ ਹੀ ਹੈ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਗੁਰੂ ਮਰ ਕੇ ਮੈਂ ਉਸ ਵਿਅਕਤੀ ਦਾ ਦਾਸ ਹਾਂ, ਉਹ ਉਹ ਜਿਹੜਾ ਹੈ ਰੱਬ ਰੂਪ ਹੈ, ਨਿਰੰਜਨ ਦਿਓ। ਉਹ ਵਿਅਕਤੀ ਜਿਹਨੂੰ ਇਹ ਗਿਆਨ ਹੋ ਗਿਆ ਕਿ ਸਭ ਦਾ ਧਰਮ ਇੱਕ ਪਰਮਾਤਮਾ ਦਾ ਨਾਮ ਹੈ, ਕਹਿੰਦੇ ਮੈਂ ਉਹਦਾ ਦਾਸ ਹਾਂ। ਉਹ ਅਸਲ 'ਚ ਆਪ ਹੀ ਰੱਬ ਰੂਪ ਹੈ, ਉਹ ਰੱਬ ਵਰਗਾ ਹੈ। ਮਹਿਲਾ ਦੂਜਾ। ਏਕ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤ ਆਤਮਾ। ਆਤਮਾ ਵਾਸੁਦੇਵस्य
ਜੇ ਕੋ ਜਾਣੈ ਭਿਓ, ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਏਕ ਕ੍ਰਿਸ਼ਨ, ਪਰਮਾਤਮਾ ਇੱਕੋ ਹੀ ਹੈ। ਸਰਬ ਦੇਵਾ, ਉਹ ਸਾਰਿਆਂ ਦੇਵਤਿਆਂ ਦਾ ਦੇਵਤਾ ਹੈ। ਦੇਵ ਦੇਵਾ ਤਾਂ ਆਤਮਾ, ਉਹ ਸਾਰੇ ਦੇਵਤਿਆਂ ਦੀ ਆਤਮਾ ਹੈ। ਭਗਵਾਨ ਜਿਹੜਾ ਹੈ ਉਹ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਹ ਸਾਰੇ ਦੇਵਤਿਆਂ ਦੀ ਆਤਮਾ ਹੈ। ਆਤਮਾ ਵਾਸੁਦੇਵਸਯ, ਵਾਸੁਦੇਵਸਯ ਪਰਮਾਤਮਾ ਨੂੰ ਕਹਿੰਦੇ। ਆਤਮਾ ਵਾਸੁਦੇਵਸਯ ਜੇ ਕੋ ਜਾਣੈ ਭਿਓ, ਜੇ ਕੋਈ ਇਸ ਭੇਦ ਨੂੰ ਜਾਣ ਲਵੇ ਕਿ ਪਰਮਾਤਮਾ ਹੀ ਅਸਲ ਵਿੱਚ ਆਤਮਾ ਹੈ, ਪਰਮਾਤਮਾ ਹੀ ਆਤਮਾ ਹੈ। ਨਾਨਕ ਤਾ ਕਾ ਦਾਸ ਹੈ, ਕਹਿੰਦੇ ਮੈਂ ਉਹਦਾ ਦਾਸ ਹਾਂ। ਸੋਈ ਨਿਰੰਜਨ ਦਿਓ, ਤੇ ਉਹ ਰੱਬ ਰੂਪ ਹੈ, ਉਹ ਰੱਬ ਰੂਪ ਹੈ, ਤੇ ਕਹਿੰਦੇ ਮੈਂ ਉਸ ਦਾ ਦਾਸ ਹਾਂ। ਜੇ ਕਿਸੇ ਨੂੰ ਇਹ ਗੱਲ ਸਮਝ ਆ ਜਾਵੇ, ਇਹ ਗੱਲ ਸਮਝ ਆਉਣੀ ਚਾਹੀਦੀ ਹੈ, ਕਿਉਂਕਿ ਮਨੁੱਖ ਧਰਮਾਂ 'ਚ ਵੰਡਿਆ ਹੋਇਆ ਹੈ। ਹਰ ਇੱਕ ਬੰਦਾ ਆਪਣੇ ਧਰਮ ਨੂੰ ਵਧੀਆ ਕਹਿੰਦਾ ਹੈ। ਸਿੱਖ ਧਰਮ ਕਹਿੰਦੇ ਨਹੀਂ, ਸਾਰਿਆਂ ਦਾ ਧਰਮ ਇੱਕੋ ਹੀ ਹੈ, ਨਾਮ ਜਪਣਾ। ਸਾਰਿਆਂ ਦਾ ਇੱਕੋ ਹੀ ਧਰਮ ਹੈ, ਸ਼ੁਭ ਕਰਮ ਕਰਨਾ ਅਤੇ ਨਾਮ ਜਪਣਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਾਰਮਿਕ ਕੰਮਾਂ 'ਚੋਂ ਉੱਤਮ ਕਰਮ ਕੀ ਹੈ? ਹਰੀ ਦਾ ਨਾਮ ਜਪੋ ਤੇ ਸ਼ੁਭ ਕਰਮ ਕਰੋ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਇੱਕੋ ਹੀ ਧਰਮ ਹੈ, ਉਹ ਹੈ ਪਰਮਾਤਮਾ ਦਾ ਨਾਮ ਜਪਣਾ ਅਤੇ ਸ਼ੁਭ ਕਰਮ ਕਰਨਾ। ਬਾਕੀ ਝਗੜੇ ਨੇ, ਵਖਰੇਵੇਂ ਨੇ, ਇਹਨਾਂ 'ਚ ਨਹੀਂ ਪੈਣਾ ਚਾਹੀਦਾ। ਸਹਿਜ ਸੁਭਾਅ ਆਪਣਾ ਜੀਵਨ ਜਿਉਂਦੇ ਰਹਿਣਾ ਚਾਹੀਦਾ ਹੈ। ਕਿਸੇ ਦੇ ਕੰਮਾਂ ਜਾਣ ਬੁੱਝ ਕੇ ਟੰਗਾਂ ਨਹੀਂ ਅੜਾਉਣੀਆਂ ਚਾਹੀਦੀਆਂ। ਹਰ ਇੱਕ ਨੂੰ ਆਪਣਾ ਆਪਣਾ ਕੰਮ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ, ਤਾਂ ਜੋ ਹਰ ਬੰਦਾ ਤਰੱਕੀ ਕਰ ਸਕੇ। ਅਸੀਂ ਤਾਂ ਉਹਨੂੰ ਸਮਝਾਉਣਾ ਕਿ ਭਾਈ ਸ਼ੁਭ ਕਰਮ ਕਰੋ, ਨਾਮ ਜਪੋ। ਅਸਲ 'ਚ ਇਹੀ ਸਭ ਦਾ ਧਰਮ ਹੈ, ਇਹ ਸਾਂਝਾ ਧਰਮ ਹੈ। ਨਾਮ ਜਪੋ ਅਤੇ ਸ਼ੁਭ ਕਰਮ ਕਰੋ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।